ਤਰੋਂ ਤਰਾ ਪੱਗ ਪੁੰਨ ਪੁੰਨ ਸੀਸਾ ਪੱਗ ਪੁੰਨ ਪੁੰਨ ਸੀਸਾ ਬੰਦੋਂ ਜੀ ਬਾਰ ਬਾਰ ਜਗਦੀਸ਼ਾ ਜਾਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਧੰਨ ਸ਼੍ਰੀ ਗੁਰੂ ਗ੍ਰੰਥ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਈ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਈ ਮਨ ਬਚ ਕ੍ਰਮ ਸਿੱਖ ਸਾਚ ਕੋ ਜਿਸ ਤੇ ਵੱਡਾ ਨ ਕੋਇ ਸਤ ਸ਼ਬਦ ਕੋ ਬੇਖ ਲੇ ਬੰਧਨ ਭਾਵ ਕੇ ਖੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦਿਆਂ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ 7 ਦੀਪਾਂ ਦੀ ਯਾਤਰਾ ਤੋਂ ਬਾਅਦ ਜਦੋਂ ਸਤਿਗੁਰੂ ਜੰਬੂ ਖੰਡ ਆਏ ਨੇ। ਇਸ ਨੂੰ ਭਰਤ ਖੰਡ ਵੀ ਆਖਿਆ ਹੈ, ਜੰਬੂ ਦੀਪ ਵੀ ਆਖਿਆ ਹੈ, ਕਿਉਂਕਿ ਇੱਕ ਹਿੱਸਾ ਧਰਤੀ ਹੈ
ਔਰ ਇਹਦੇ ਤੋਂ 3 ਗੁਣਾ ਪਾਣੀ ਜ਼ਿਆਦਾ ਹੈ, ਤਾਂ ਉਹ ਧਰਤੀਆਂ ਜਿਹੜੀਆਂ ਪਾਣੀ ਦੇ ਵਿੱਚ ਸਥਾਪਿਤ ਨੇ, ਉਹਨਾਂ ਨੂੰ ਹੀ ਦੀਪ ਕਰਕੇ, ਜ਼ਖੀਰੇ ਕਰਕੇ, ਟਾਪੂ ਕਰਕੇ ਲਿਖਿਆ ਗਿਆ ਹੈ। ਇੱਥੇ ਸਤਿਗੁਰੂ ਜਦੋਂ ਵਾਪਸ ਆਏ, ਸਿੱਧ ਜੋਗੀ ਲੋਕਾਂ ਨਾਲ ਭੇਂਟ ਹੋਈ। ਇਹਨਾਂ ਸਿੱਧ ਜੋਗੀਆਂ ਨੇ ਗੁਰੂ ਜੀ ਦੇ ਸਨਮੁਖ ਇੱਕ ਸਵਾਲ ਰੱਖਿਆ ਸੀ। ਛੋਟਾ ਜਿਹਾ ਇੱਕ ਤਿਲ ਮੱਥਾ ਟੇਕ ਕੇ, ਭੇਟਾ ਰੱਖ ਕੇ, ਕਿ ਇਹਨੂੰ ਸਾਰਿਆਂ ਵਿੱਚ ਵਰਤਾ ਦਿੱਤਾ ਜਾਏ। ਸਤਿਗੁਰੂ ਜੀ ਨੇ ਉਸ ਤਿਲ ਨੂੰ ਘੁੱਟ ਕੇ ਪਾਣੀ ਵਿੱਚ ਮਿਲਾ ਕੇ ਸਿੱਧ ਜੋਗੀ ਲੋਕਾਂ ਨੂੰ ਕਿਹਾ ਕਿ ਛਕ ਲਓ। ਬੜੇ ਸ਼ਰਮਸਾਰ ਹੋਏ। ਫਿਰ ਉਹਨਾਂ ਨੇ ਸਤਿਗੁਰੂ ਜੀ ਨਾਲ ਚਰਚਾ ਵੀ ਕੀਤੀ ਕਿ ਜੋਗ ਤੋਂ ਗਿਆਨ ਪੈਦਾ ਹੁੰਦਾ ਹੈ, ਗਿਆਨ ਤੋਂ ਮੁਕਤੀ ਮਿਲਦੀ ਹੈ। ਸਤਿਗੁਰਾਂ ਨੇ ਦੱਸਿਆ ਕਿ ਨਹੀਂ, ਗਿਆਨ ਨਾਮ ਤੋਂ ਪੈਦਾ ਹੁੰਦਾ ਹੈ ਤੇ ਮੁਕਤੀ ਜਿਹੜੀ ਉਹ ਗਿਆਨ ਤੋਂ ਹੁੰਦੀ ਹੈ। ਮੇਰੀ ਇੱਕ ਸੰਗਤ ਨੂੰ ਬੇਨਤੀ ਹੈ ਕਿ ਮਾਸਕ ਲਾ ਲਓ ਭਾਈ। ਜੇ ਟੈਲੀਫੋਨਾਂ ਤੇ ਖੇਡਣਾ ਹੈ ਤੇ ਮਾਸਕ ਵੀ ਨਹੀਂ ਲਾਉਣਾ। ਮੈਂ ਰੋਜ਼ ਬੇਨਤੀ ਕਰਦਾ, ਅਸੀਂ ਕੁਛ ਨਹੀਂ ਸਿੱਖਿਆ। ਕਿੰਨੇ ਭੈਣ ਭਰਾ ਮਰੇ, ਸਾਡੇ ਮਾਂ ਪਿਓ ਮਰੇ, ਬੱਚੇ ਮਰੇ, ਦੋਸਤ ਮਿੱਤਰ ਮਰੇ, ਰਿਸ਼ਤੇਦਾਰ ਮਰੇ। ਅਸੀਂ ਕੋਈ ਸਬਕ ਨਹੀਂ ਸਿੱਖਿਆ। ਅੱਜ ਵੀ ਤੁਸੀਂ ਵੇਖੋ ਕਿ 75% ਲਾਕਡਾਊਨ ਖੁੱਲਿਆ ਹੈ, 25% ਅੱਜ ਵੀ ਬੰਦ ਹੈ। ਅੱਜ ਵੀ ਆਊਟ ਈਵਨ ਤੇ ਦੁਕਾਨਾਂ ਖੁੱਲ ਰਹੀਆਂ ਨੇ ਤੇ ਆਪਾਂ ਇਦਾਂ ਬਾਹਰ ਨਿਕਲ ਗਏ ਆ ਜਿੱਦਾਂ ਮਤਲਬ ਹੁਣ ਕਰੋਨਾ ਭੱਜ ਹੀ ਗਿਆ ਹੁੰਦਾ ਹੈ। ਪਹਿਲਾਂ ਵੀ ਇਦਾਂ ਨਾ ਕਰਦੇ ਤੇ ਇਹਨੇ ਮੁੜ ਕੇ ਨਹੀਂ ਸੀ ਆਉਣਾ। ਅਮਰੀਕਾ 'ਚ ਮੁੜ ਕੇ ਨਹੀਂ ਆਇਆ, ਬੜੇ ਮੁਲਕ ਨੇ ਵਾਪਸ ਨਹੀਂ ਆਇਆ। ਸਾਡਾ ਹੀ ਮੁਲਕ ਹੈ ਜਿੱਥੇ ਭੱਜ ਭੱਜ ਕੇ ਤੁਰਿਆ ਹੁੰਦਾ ਹੈ, ਕਿਉਂਕਿ ਅਸੀਂ ਖੁਦ ਇੰਟਰਸਟਡ ਆ। ਮੈਂ ਬਹੁਤ ਵਾਰੀ ਸ਼ੇਖ ਸ਼ਾਦੀ ਜੀ ਦੀ ਗੱਲ ਆਪ ਜੀ ਨਾਲ ਸਾਂਝੀ ਕੀਤੀ ਹੈ। ਉਹ ਕਹਿੰਦੇ ਨੇ ਕਿ ਇੱਕ ਗਲੀ ਵਿੱਚੋਂ ਤੁਹਾਨੂੰ ਕਿਸੇ ਕੁੱਤੇ ਨੇ ਕੱਟ ਲਿਆ, ਤੁਹਾਡਾ ਕੋਈ ਕਸੂਰ ਨਹੀਂ ਹੈ। ਤੁਹਾਨੂੰ ਕੀ ਪਤਾ ਵੀ ਇਸ ਗਲੀ 'ਚ ਕੁੱਤਾ ਰਹਿੰਦਾ ਹੈ? ਪਰ ਉਸੇ ਗਲੀ 'ਚੋਂ ਅਗਰ ਉਹੀ ਕੁੱਤਾ ਤੁਹਾਨੂੰ ਫਿਰ ਕੱਟੇ, ਇਹਦਾ ਮਤਲਬ ਤੁਸੀਂ ਇੰਟਰਸਟਡ ਹੋ ਵੀ ਮੇਰੀ ਲੱਤ ਤੇ ਕੱਟ ਪਈ, ਬੜਾ ਟਾਈਮ ਹੋ ਗਿਆ, ਮਿਰਚਾਂ ਤੇ ਵਧੀਆਂ ਹੀ ਨਹੀਂ ਕਦੇ। ਪਹਿਲੀ ਵਾਰੀ ਅਗਰ ਤੁਹਾਨੂੰ ਕਿਸੇ ਗਲੀ 'ਚੋਂ ਕੁੱਤਾ ਕੱਟਦਾ ਹੈ, ਤੁਹਾਡਾ ਕੋਈ ਕਸੂਰ ਨਹੀਂ। ਤੁਹਾਨੂੰ ਕੀ ਪਤਾ ਇਸ ਗਲੀ 'ਚ ਵੱਢਣ ਵਾਲਾ ਕੁੱਤਾ ਵੀ ਰਹਿੰਦਾ ਹੈ। ਪਰ ਉਸੇ ਗਲੀ 'ਚ ਉਹੀ ਕੁੱਤਾ ਫਿਰ ਕੱਟ ਜਾਏ, ਇਹਦਾ ਅਰਥ ਹੈ ਅਸੀਂ ਖੁਦ ਇੰਟਰਸਟਡ ਆ ਕਿ ਕੁੱਤਾ ਦੁਬਾਰਾ ਵੱਢੇ। ਤਾਂ ਅਸੀਂ ਫਿਰ ਘਰ ਵਾਲਿਆਂ ਨੂੰ ਕਹੀਏ ਵੀ ਸਰੋਂ ਦਾ ਤੇਲ ਲਾ ਕੇ ਉੱਤੇ ਲਾਲ ਮਿਰਚਾਂ ਬੰਨੋ, ਸਾਡੇ ਪੱਟੀ ਬੰਨੋ। ਬਈ ਅਸੀਂ ਇਨਸਾਨ ਆ, ਅਸੀਂ ਉਸ ਜਾਤੀ ਵਿੱਚੋਂ ਆ ਜਿਹਦੇ ਲਈ ਗੁਰਬਾਣੀ ਕਹਿੰਦੀ ਹੈ ਕਿ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਚਾਹੀਦਾ ਤੇ ਸੀ ਕਿ ਕਰੋਨਾ ਮੁੜ ਕੇ ਸਾਡੇ ਮੁਲਕ 'ਚ ਨਾ ਆਉਂਦਾ। ਅਸੀਂ ਇਸ ਕਦਰ ਸੁਚੇਤ ਹੋ ਜਾਂਦੇ, ਸਿਆਣੇ ਹੋ ਜਾਂਦੇ। ਪਰ ਹਾਲਾਤ ਕੀ ਨੇ? ਨਾ ਮੱਥਾ ਟੇਕਣ ਲੱਗਿਆ ਕੋਈ ਸੋਸ਼ਲ ਡਿਸਟੈਂਸ ਹੈ, ਨਾ ਬੈਠਣ ਲੱਗਿਆ ਸਾਨੂੰ ਫਿਕਰ ਹੈ ਵੀ ਅਸੀਂ ਮਾਸਕ ਲਾ ਲਈਏ। ਵੀ ਇਹਨੇ ਬੰਦ ਗੁਰਦੁਆਰਾ ਹੈ, ਪਤਾ ਨਹੀਂ ਕਿਹੜਾ ਆਦਮੀ ਪ੍ਰਸ਼ਾਦ ਵੰਡਦਾ ਤੁਰ ਜਾਏਗਾ, ਤੁਹਾਡੇ ਕੋਲੋਂ ਲੰਘ ਜਾਏਗਾ। ਨਾ ਅਸੀਂ ਸਿੱਖਣ ਲਈ ਤਿਆਰ ਆ, ਨਾ ਅਸੀਂ ਕਿਸੇ ਨੂੰ ਸਿਖਾਉਣ ਲਈ ਤਿਆਰ ਆ। ਸਾਡੇ ਕੋਲ ਬੰਦਾ ਮੂੰਹ ਖੋਲ ਕੇ ਬੈਠਾ ਸੀ, ਉਹਨੂੰ ਨਹੀਂ ਕਹਿੰਦੇ, ਆਪੇ ਸੇਵਾਦਾਰ ਆ ਕੇ ਕਹੇਗਾ।
ਜਿਹੜਾ ਤੁਹਾਡੇ ਕੋਲ ਬੈਠਾ ਨਾ ਉਹ ਕਰੋਨੇ ਦਾ ਪ੍ਰਸ਼ਾਦ ਤੁਹਾਨੂੰ ਹੀ ਦੇਗਾ, ਸੇਵਾਦਾਰ ਨੂੰ ਨਹੀਂ ਦੇਣ ਲੱਗਾ। ਇਸ ਕਰਕੇ ਜਦੋਂ ਤੁਹਾਡੇ ਲਾਗੇ ਕੋਈ ਬੰਦਾ ਮੂੰਹ ਖੋਲਦਾ ਉਹਨੂੰ ਉਦੋਂ ਹੀ ਕਹੋ, ਉਹਨੂੰ ਕੋ ਭਰਾ ਜੀ ਜਾਂ ਮੂੰਹ ਢੱਕ ਲਓ ਜਾਂ ਬਾਹਰ ਚਲੇ ਜਾਓ। ਆਪਾਂ ਸਿਆਣੇ ਬਣੀਏ, ਸੁਚੇਤ ਹੋਈਏ। ਸਾਡੀ ਗਿਣਤੀ ਬੜੀ ਥੋੜੀ ਹੈ। 780 ਕਰੋੜ ਦੁਨੀਆ ਹੈ, 780 ਕਰੋੜ। 6 ਅਰਬ ਨਹੀਂ ਹੈ, ਹੁਣ ਪੌਣੇ 8 ਅਰਬ ਹੈ, ਤੇ ਸਾਡੀ ਗਿਣਤੀ ਉਹੀ 1.5 2 ਕਰੋੜ 2.5 ਕਰੋੜ 3 ਕਰੋੜ। ਤੇ ਮਰਨ ਵਾਸਤੇ ਸਭ ਤੋਂ ਅੱਗੇ। ਚਲੋ ਧਰਮ ਲਈ ਮਰੋ, ਦੇਸ਼ ਲਈ ਮਰੋ, ਇੱਜ਼ਤ ਲਈ ਮਰੋ, ਅਣਖ ਲਈ ਮਰੋ, ਸਵੈਮਾਨ ਲਈ ਮਰੋ। ਭਾਈ ਕੋਈ ਤੁਹਾਡਾ ਬੁੱਤ ਲਾਏਗਾ, ਕੋਈ ਤੁਹਾਡੀ ਅਰਦਾਸ ਕਰੇਗਾ, ਕੋਈ ਤੁਹਾਡਾ ਮਾਣ ਕਰੇਗਾ, ਕਰੋਨੇ ਨਾਲ ਉਲਝ ਕੇ ਮਰ ਜਾਓਗੇ, ਸੰਸਕਾਰ ਤੇ ਵੀ ਕੋਈ ਨਹੀਂ ਆਏਗਾ, ਭੋਗ ਤੇ ਵੀ ਕੋਈ ਨਹੀਂ ਆਏਗਾ, ਬਰਸੀ ਮਨਾਉਣੀ ਤਾਂ ਦੂਰ ਦੀ ਗੱਲ, ਕੋਈ ਤੁਹਾਡਾ ਮੁੜ ਕੇ ਨਾਮ ਹੀ ਨਹੀਂ ਲਵੇਗਾ। ਆਪਾਂ ਸਿਆਣੇ ਬਣੀਏ, ਸਗੋਂ ਟੈਲੀਫੋਨ ਕਰਿਆ ਕਰੋ ਆਪਣੇ ਭੈਣਾਂ ਭਰਾਵਾਂ ਨੂੰ ਕਿ ਜਦੋਂ ਘਰੋਂ ਬਾਹਰ ਨਿਕਲਣਾ, ਜਿਵੇਂ ਫੌਜੀ ਨਿਕਲਦਾ ਹੈ ਨਾ, ਫੁੱਲ ਡਰੈਸ ਲੈਸ ਹੋ ਕੇ ਨਿਕਲੋ, ਕੋਵਿਡ ਵਾਰੀਅਰ ਬਣੋ। ਮੈਂ ਤੁਹਾਨੂੰ ਕਮਜ਼ੋਰ ਨਹੀਂ ਬਣਾ ਰਿਹਾ, ਮੈਂ ਤੁਹਾਨੂੰ ਡਰਪੋਕ ਨਹੀਂ ਬਣਾਉਂਦਾ, ਵੈਲ ਡਰੈਸ ਹੋ ਕੇ ਨਿਕਲੋ। ਜਿਹੜੇ ਸਿਆਣੇ ਬੰਦੇ ਨੇ ਡਬਲ ਮਾਸਕ ਪਾਉਂਦੇ ਨੇ ਅੱਜ ਕੱਲ੍ਹ। ਐਸੇ ਤਿਆਰ ਹੋ ਕੇ ਨਿਕਲੋ ਕਿ ਰਸਤੇ ਦੇ ਵਿੱਚ ਅਗਰ ਕੋਈ ਵਿਅਕਤੀ ਬਿਮਾਰ ਮਿਲੇ ਤੇ ਤੁਹਾਨੂੰ ਸੋਚਣਾ ਨਾ ਪਵੇ ਵੀ ਮੈਂ ਇਹਨੂੰ ਹਸਪੀਟਲ ਲੈ ਕੇ ਜਾਵਾਂ ਕਿ ਨਾ ਜਾਵਾਂ। ਤੁਹਾਨੂੰ ਇਹ ਹੋਵੇ ਵੀ ਨਹੀਂ, ਮੈਂ ਮਾਸਕ ਪਾਇਆ ਹੋਇਆ, ਮੇਰੇ ਕੋਲ ਸੈਨੀਟਾਈਜ਼ਰ ਹੈ, ਮੈਨੂੰ ਇਹ ਵਰਤ ਕੇ ਮੈਨੂੰ ਇਸ ਬੰਦੇ ਦੀ ਹੈਲਪ ਕਰਨੀ ਚਾਹੀਦੀ ਹੈ। ਸੋ ਮੇਰੀ ਬੇਨਤੀ ਹੈ, ਜਿਨ੍ਹਾਂ ਨੇ ਅੰਦਰ ਦਰਬਾਰ ਵਿੱਚ ਬਹਿਣਾ ਹੈ, ਪਲੀਜ਼ ਉਹ ਵੀਡੀਓ ਗੇਮਾਂ ਨਾ ਖੇਡੋ। ਬਹੁਤ ਕੀਮਤੀ ਸਮਾਂ ਹੈ, ਇਹਨੂੰ ਵਿਅਰਥ ਨਾ ਗਵਾਓ। 1.5 2 ਮਹੀਨਿਆਂ ਬਾਅਦ ਆਪਾਂ ਗੁਰਦੁਆਰੇ ਆਏ ਆ ਤੇ ਸਾਡੇ ਹਾਲਾਤ ਫਿਰ ਉਹੋ ਦੇ ਉਹੀ ਨੇ, ਉੱਥੇ ਦੇ ਉੱਥੇ ਹੀ ਖੜੇ ਅਸੀਂ। ਕੋਈ ਚੇਂਜ ਨਹੀਂ ਆਈ ਸਾਡੇ ਦਿਲੋਂ ਦਿਮਾਗ ਦੇ ਵਿੱਚ, ਸਾਡੇ ਬਹਿਣ ਉੱਠਣ ਦੇ ਵਿੱਚ, ਸਾਡੇ ਗੁਰੂ ਘਰ ਦੇ ਮਾਣ ਸਤਿਕਾਰ ਦੇ ਵਿੱਚ। ਉਹੀ ਗੁੱਤਾਂ ਕੀਤੀਆਂ ਨੇ, ਉਹੀ ਜੂੜੇ ਕੀਤੇ ਨੇ, ਉਹੀ ਨਿਕਰਾਂ ਪਾਈਆਂ ਨੇ, ਉਹੀ ਸਿਰ ਤੇ ਉਹ ਕੱਪੜਿਆਂ ਵਾਲੀਆਂ ਟੋਪੀਆਂ ਲੈ ਲਈਆਂ ਨੇ ਅਸੀਂ। ਤੇ ਜੇ ਅੱਗੋਂ ਕੋਈ ਕਹਿ ਦੇਵੇ ਵੀ ਬਾਊ ਜੀ, ਫਿਰ ਅਸੀਂ ਸਿਰ ਪਾੜਨ ਤੱਕ ਜਾਵਾਂਗੇ ਵੀ ਅਸੀਂ ਸਰਦਾਰ ਆ। ਸਰਦਾਰ ਹੈ ਤੇ ਭਾਈ ਸਰਦਾਰੀ ਤਾਂ ਦਸਤਾਰ ਨਾਲ ਹੈ, ਸਰਦਾਰੀ ਤੇਰੀ ਦਮਾਲਿਆਂ ਨਾਲ ਹੈ, ਸਰਦਾਰੀ ਤਾਂ ਗੁਰੂ ਦੀ ਬਖਸ਼ੀ ਹੋਈ ਉਸ ਮਰਿਆਦਾ ਨਾਲ ਹੈ, ਤੇ ਫਿਰ ਉਹਦਾ ਮਾਣ ਵੀ ਤਾਂ ਕਰੋ ਨਾ। ਸੋ ਮੈਨੂੰ ਦੁਬਾਰਾ ਨਾ ਬੇਨਤੀ ਕਰਨੀ ਪਵੇ, ਮੈਂ ਸੇਵਾਦਾਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਵਿਚਰ ਕੇ ਭਾਈ ਹੱਥ ਜੋੜਦੇ ਰਹੋ, ਹੋਰ ਕੀ ਹੋ ਸਕਦਾ ਹੈ। ਬਾਕੀ ਜਿਹਦੀ ਮਰਜ਼ੀ ਹੈ ਕਿ ਜੇ ਅਸੀਂ ਨਹੀਂ ਆਪਣੇ ਆਪ ਦਾ ਧਿਆਨ ਦੇਣਾ ਤੇ ਸਾਡੀ ਆਪਣੀ ਮਰਜ਼ੀ ਹੈ। ਇੱਕ ਗੱਲ ਜ਼ਰੂਰ ਸਮਝ ਲੈਣਾ ਕਿ ਮਾਸਕ ਪਹਿਲਾਂ ਤੁਹਾਡੇ ਲਈ ਹੈ, ਦੂਜੇ ਲਈ ਮਗਰੋਂ ਹੈ। ਇਹਦੀ ਪਹਿਲੀ ਰਿਕੁਆਇਰਮੈਂਟ ਤੁਹਾਡੇ ਆਪਣੇ ਨਿੱਜ ਵਾਸਤੇ ਵੀ ਕੀ ਅਸੀਂ ਜੂਣਾ ਚਾਹੁੰਦੇ ਆ, ਕਿ ਅਸੀਂ ਧਰਤੀ ਤੇ ਰਹਿਣਾ ਚਾਹੁੰਦੇ ਆ, ਤਾਂ ਅੱਜ ਵਕਤ ਦੀ ਲੋੜ ਹੈ, ਮਾਸਕ ਨਾ ਉਤਾਰੋ। ਬਾਕੀ ਤਾਂ ਸਾਹ ਦੇਣਾ, ਧਰਤੀ ਤੇ ਰੱਖਣਾ, ਇਹ ਰੱਬ ਦੇ ਹੱਥ ਵਿੱਚ ਹੈ, ਬੰਦੇ ਦੇ ਵੱਸ ਵਿੱਚ ਨਹੀਂ ਹੈ। ਪਰ ਜਿੰਨੀ ਕੁ ਵਾਹਿਗੁਰੂ ਨੇ ਅਕਲ ਸਿਆਣਪ ਦਿੱਤੀ, ਆਪਾਂ ਇਹਦਾ ਇਸਤੇਮਾਲ ਕਰੀਏ। ਹਾਂਜੀ। ਮਨ ਬਚ ਕਰਮ ਸਿੱਖ ਸਾਚ ਕੋ, ਜਿਸ ਤੇ ਵੱਡਾ ਨਾ ਕੋਏ। ਗੁਰੂ ਨਾਨਕ ਦੇ ਪਿਤਾ ਨੇ ਸਿੱਧ ਜੋਗੀ ਲੋਕਾਂ ਨੂੰ ਸਮਝਾਇਆ ਕਿ ਨਾਮ ਤੋਂ ਗਿਆਨ ਤੇ ਗਿਆਨ ਤੋਂ ਮੁਕਤੀ। ਨਹੀਂ ਉਤਰ ਆਇਆ ਜੋਗੀਆਂ ਨੂੰ, ਉੱਥੋਂ ਭੱਜੇ, ਗੋਰਖਮਤੇ ਆ ਗਏ, ਸਤਿਗੁਰੂ ਵੀ ਮਗਰ ਆ ਗਏ। ਹੁਣ ਜਦੋਂ ਗੋਰਖਮਤੇ ਆਏ, ਮਗਰੇ ਸਤਿਗੁਰੂ ਜੀ ਆ ਗਏ। ਹੁਣ ਇਹ ਜਿਹੜੇ ਸਿੱਧ ਜੋਗੀ ਲੋਕ ਨੇ, ਇਹਨਾਂ ਨੇ ਸਤਿਗੁਰੂ ਜੀ ਨੂੰ ਕੁਝ ਸਵਾਲ ਪੁੱਛੇ ਨੇ। ਸਿੱਖਿਆ ਲੈ ਤੂੰ ਭਾ ਸਿੱਖ ਕੇ ਕੋ,
हमको नाम बतावो तिह को किस दुख ते उर भयो उदासा जे डर कर न जाहे अवासा विचरत रहे नई 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 नित जाई इस स्थित होए थाए ना काई तो मैं जोर शकत कहो केता सुन बोले बेदी कुल केता। उन्होंने 4 गल्लां पुछियां गुरु नानक साहब नूं। कहन लगे पहला ये दस तू सिक्ख्या किहदी लई है, भी तेनू पढ़ाउण वाला कौन है। देखो जे मैं कहांगा ना भी सिक्ख्या किहदे तो लिया हुंदा भी ज्ञान किहदे को लिया है, पर जदों आपां अपनी पंजाबी दे विच बोलांगे इहदे अर्थ तुहानूं 1 मिनट च समझ आ जाणगे। भी कोई बंदा तुहानूं मिलिया, उन्हें तुहाडे नाल बड़ियां ऐसियां गल्लां कीतियां भी तुहानूं उहदियां गल्लां दा जवाब ही नहीं आया, तो तुसीं पता की कहने हो फिर पहला दस भरावा तेनूं पढ़ाया किन्ने है, हुण ज्ञान किन्ने दिता, तुसीं गुआच जाना है। ज्ञान का मतलब अध्यात्मकता होगी, ज्ञान का मतलब ब्रह्म ज्ञान हो गया, नहीं। सिद्ध जोगी लोग घड़ी घड़ी चर्चा करते हैं गुरु नानक नाल, तो जवाब उन्होंने अगों आउंदा नहीं। अखीर फिर उन्होंने पूछ लिया कि सिक्ख्या ले तू भा सिख के को, तू सिक्ख्या किहदे तो लई है, तेनू पढ़ाया किन्ने है, तू सिख किहदा है, भाव किहदे अनुसार चलदा है तू। हमको नाम बतावो ते को, कहन लगे सानू उहदा नाम दस। किस दुख ते डर भयो उदासा, कहन लगे तू घर क्यों छड्डिया अपना, तेनू किहदे तो डर लगदा है, तू अपने घरों तुर पिया है, अपना घर बार छड्ड दिता है, क्यों छड्डिया है। जे डर करना जाहे अवासा, किहदे कोलों डरदा है, मुड़ के घर नहीं वड़दा तू अपने वापस घर क्यों नहीं जांदा। जदों असीं किसी कोलों हार जाने आ ना, जदों असीं किसी नूं नहीं जित सकते, जदों बार बार सानू उस व्यक्ति तो शर्मिंदगी झलनी पैंदी है, पर असीं इदां दे सवाल करते हैं। वो पुछदे ने बाबे नानक नूं कि तू डरदा है किसी कोलों अपने घर वापस नहीं जांदा, तू बाहर ही तुरिया फिरदा। उन्हां दा मतलब ये सी कि जे अपने घर जावे तो साडा खैड़ा छड्डे, भी पहला असीं उत्थे मिले, उतों असीं जान बचा के भजे हाँ, ये इत्थे साडे फिर मगर आ गया, ये फिर उही हालात फिर बन गए। कहन लगे दसो तो सही कि जे डर करने जाहे अवासा विचरत रहे नई नित जाई, तुसीं रोज नवीं नवीं थां ते क्यों तुरे फिरदे हो। ले दसो, उन्होंने इस गल की भी शिकायत है कि बाबा नानक रोज नवीं थां ते क्यों जांदा है। स्थित थाए ना पावे काई, कहन लगे तू एक थां ते क्यों नहीं रहिंदा, भी भरावा किते एक थां ते चौकड़ी मार के बह जा। उहदा मतलब उन्हां दा सीगा भी साडा खैड़ा छड्ड, भी असीं बड़े दुखी हाँ, जे शमेर पर्वत ते जाने आ ते तू मगर आ जाना, जे गोरख दे तप वाली थां ते गए तो तू उत्थे आ गया, जे हुण असीं इत्थे गोरख मते आए आ तो तू फिर साडे मगर आ गया। कि तू किते बई एक थां ते अपना समाधि ला, चौकड़ी मार, बैठ जा। तो मैं जोर शकत कहो केता, कहन लगे सानू ये दस पहला तेरे च ताकत किन्नी है, तू किन्ने के जोर दा मालक है, किन्नी के तेरे विच शक्ति है, किन्नी के तेरे विच समर्थ है। सुन बोले बेदी कुल केता, जिहड़े बेदी कुल दे श्रोमणी ने, निशान ने, झंडे ने, सतगुरु पिता जी ने अगों उत्तर दिता। ये जिहड़ा झंडा शब्द है ना, ये शायद आप जी नूं पता होवे, ये हर मुल्क दे मान सन्मान का जामन होंदा है। हुण किते इंडिया का झंडा चढ़िया होवे, तुसीं ना उहदे वल ध्यान दिओ, कोई गल नहीं, पर जे तुहाडे कोलों किते दा अपमान हो जाए ना, तो फिर तुहानूं पता लगेगा भी कानून की कहता है। जिवें गुरु घर विच निशान साहब है, असीं सिर्फ उन्होंने धार्मिक नज़रिए तो असीं वेखदे आ,
ਜੇ ਦੂਜੇ ਸ਼ਬਦਾਂ ਵਿੱਚ ਕਹੀਏ ਤੇ ਨਿਸ਼ਾਨ ਤਾਂ ਕਿਸੇ ਵੀ ਕੰਟਰੀ ਦਾ ਹੋਵੇ, ਅਸਲ ਵਿੱਚ ਇਹ ਕੋਈ ਬੁਰਾਈ ਵੀ ਨਹੀਂ। ਜਿਸ ਗੁਰੂ ਦੀ ਹਜ਼ੂਰੀ 'ਚ ਬੈਠੇ, ਇਹ ਗੱਲ ਸਾਨੂੰ ਗੁਰੂ ਨੇ ਸਿਖਾਈ ਹੈ, ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੇ। ਹੁਣ ਜਿਹੜੇ ਪਾਕਿਸਤਾਨ ਵਿੱਚ ਸਿੱਖ ਨੇ, ਕਦੇ ਪੁੱਛੋ ਉਹਨਾਂ ਨੂੰ, ਉਹ ਕਹਿੰਦੇ ਨੇ ਪਾਕਿਸਤਾਨ ਮਾੜਾ ਹੈ? ਨਾ, ਕਹਿਣਾ ਵੀ ਨਹੀਂ ਚਾਹੀਦਾ। ਕਿਉਂ ਕਹਿਣਾ ਹੈ? ਜਿਸ ਮੁਲਕ ਨੇ ਤੁਹਾਨੂੰ ਆਪਣੀ ਨੈਸ਼ਨੈਲਿਟੀ ਦਿੱਤੀ ਹੋਈ ਹੈ, ਤੁਸੀਂ ਉਹਨੂੰ ਕਿਉਂ ਮਾੜਾ ਕਹੋਗੇ ਜੀ? ਜਿਹਨੇ ਤੁਹਾਨੂੰ ਹੱਕ ਹਕੂਕ ਦਿੱਤੇ ਨੇ, ਤੁਸੀਂ ਕਿਉਂ ਮਾੜਾ ਕਹੋਗੇ ਉਹਨਾਂ ਨੂੰ? ਅਸੀਂ ਤਾਂ ਕਹਿੰਦੇ ਕੋਈ ਪਾਣੀ ਦਾ ਗਲਾਸ ਦੇਵੇ ਤਾਂ ਉਹਨੂੰ ਥੈਂਕ ਯੂ ਕਹਿਣਾ ਚਾਹੀਦਾ, ਤੇ ਜਿਹੜਾ ਤੁਹਾਨੂੰ ਰਹਿਣ ਲਈ ਘਰ ਦੇਵੇ, ਕਾਰੋਬਾਰ ਕਰਨ ਲਈ ਥਾਂ ਦੇਵੇ, ਤੁਹਾਨੂੰ ਆਪਣਾ ਪਾਸਪੋਰਟ ਦੇਵੇ, ਤੁਹਾਡੇ ਹੱਕ ਹਕੂਕ ਦਾ ਰਖਵਾਲਾ ਬਣੇ, ਫਿਰ ਤੁਹਾਨੂੰ ਉਹਨੂੰ ਚੰਗਾ ਕਹਿਣਾ ਚਾਹੀਦਾ। ਤਾਂ ਗੁਰੂ ਨਾਨਕ ਦੇ ਪਿਤਾ ਜੀ ਬੇਦੀ ਕੁੱਲ ਦੇ ਨਿਸ਼ਾਨ ਨੇ। ਅਗਰ ਬੇਦੀ ਵੰਸ਼ ਦੀ ਗੱਲ ਕਰੀਏ ਤੇ ਸਭ ਤੋਂ ਵੱਡੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਜੀ ਨੇ ਫਿਰ ਉੱਤਰ ਦਿੱਤਾ ਹੈ, ਹਾਂਜੀ, ਮਨ ਬਚ ਕ੍ਰਮ ਸਿੱਖ ਸਾਚ ਕੋ, ਜਿਸ ਤੇ ਵੱਡਾ ਨਾ ਕੋਏ। ਸਤਿਗੁਰੂ ਜੀ ਕਹਿਣ ਲੱਗੇ, ਮੈਂ ਆਪਣੇ ਮਨ ਕਰਕੇ, ਮਨ ਕੀ ਹੈ? ਤੁਹਾਡੀ ਸੋਚ, ਆਪਣੇ ਬਚਨ ਕਰਕੇ। ਬਚਨ ਕੀ ਨੇ ਤੁਹਾਡੇ? ਤੁਹਾਡੀਆਂ ਮੂੰਹ ਦੀਆਂ ਗੱਲਾਂ, ਤੁਹਾਡੀ ਗੱਲਬਾਤ। ਕਰਮ ਕੀ ਹੈ? ਕਰਮ ਜੋ ਤੁਹਾਡੀ ਵਰਕਿੰਗ ਹੈ। ਭਾਵੇਂ ਤੁਸੀਂ ਦਾਲ ਬਣਾਉਨੇ ਹੋ, ਚਾਹ ਬਣਾਉਨੇ ਹੋ, ਤੁਸੀਂ ਖੇਤੀਬਾੜੀ ਕਰਦੇ ਹੋ, ਤੁਸੀਂ ਕਾਰਖਾਨਾ ਚਲਾਉਂਦੇ ਹੋ, ਤੁਸੀਂ ਨੌਕਰੀ ਕਰਦੇ ਹੋ, ਇਹ ਤੁਹਾਡਾ ਕਰਮ ਹੈ। ਸਤਿਗੁਰੂ ਕਹਿਣ ਲੱਗੇ, ਮੈਂ ਆਪਣੇ ਮਨ ਕਰਕੇ, ਆਪਣੇ ਬਚਨ ਕਰਕੇ, ਆਪਣੇ ਕਰਮ ਕਰਕੇ ਮੈਂ ਸੱਚੇ ਦਾ ਸਿੱਖ ਹਾਂ। ਸੱਚੇ ਦਾ ਅਰਥ ਕੀ ਹੈ? ਵਾਹਿਗੁਰੂ। ਸੱਚ ਦੀ ਪਰਿਭਾਸ਼ਾ ਕੀ ਹੈ? ਸੱਚ ਦੀ ਡੈਫੀਨੇਸ਼ਨ ਕੀ ਹੈ? ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਪਹਿਲਾਂ ਵੀ ਹੈ, ਜਿਹੜਾ ਅੱਜ ਵੀ ਹੈ, ਜਿਹੜਾ ਅੱਗੋਂ ਵੀ ਹੋਏਗਾ। ਸੱਚੇ ਪਾਤਸ਼ਾਹ ਨੇ ਸਾਨੂੰ ਦ੍ਰਿੜ ਕਰਾਇਆ ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਕਹਿਣ ਲੱਗੇ, ਮੈਂ ਉਹਦਾ ਸਿੱਖ ਹਾਂ ਜਿਸ ਤੇ ਵੱਡਾ ਨਾ ਕੋਏ। ਸਿੱਧ ਜਨੋ, ਮੈਂ ਉਸ ਸੱਚੇ ਦਾ ਸੇਵਕ ਹਾਂ, ਸਿੱਖ ਹਾਂ। ਮੈਂ ਉਹਦੇ ਤੋਂ ਸਿੱਖਿਆ ਲਈ ਹੈ ਜਿਹਦੇ ਤੋਂ ਵੱਡਾ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ ਹੈ। ਕੇਵਲ ਪ੍ਰਮਾਤਮਾ ਨੂੰ ਮੰਨਣਾ, ਕਹਿ ਦੇਣਾ ਵੱਡੀ ਗੱਲ ਨਹੀਂ ਹੈ। ਕੀ ਤੁਸੀਂ ਪ੍ਰਮਾਤਮਾ ਨੂੰ ਮੰਨਦੇ ਹੋ ਤੇ ਇਹ ਵੀ ਮੰਨਦੇ ਹੋ ਵੀ ਪ੍ਰਮਾਤਮਾ ਹੀ ਸਭ ਤੋਂ ਵੱਡਾ ਹੈ? ਇਹ ਵੱਡੀ ਗੱਲ ਹੈ। ਕੀ ਤੁਸੀਂ ਮੰਨਦੇ ਹੋ ਕਿ ਦੂਜਾ ਪ੍ਰਮਾਤਮਾ ਨਹੀਂ ਹੈਗਾ? ਇਹ ਉਸ ਤੋਂ ਵੀ ਵੱਡੀ ਗੱਲ ਹੈ। ਫਿਰ ਕੀ ਤੁਸੀਂ ਇਹ ਮੰਨਦੇ ਹੋ ਕਿ ਉਹ ਹਮੇਸ਼ਾ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ? ਇਹ ਉਸ ਤੋਂ ਵੀ ਵੱਡੀ ਗੱਲ ਹੈ। ਨਹੀਂ, ਅਸੀਂ ਇੱਕੋ ਹੀ ਗੱਲ ਮੰਨਦੇ ਜੀ, ਰੱਬ ਨੂੰ ਮੰਨਦੇ ਆ। ਵੱਡਾ ਮੰਨਦਾ ਹੈ? ਨਹੀਂ, ਵੱਡਾ ਤੇ ਉਹੀ ਹੈ ਜਿਹਦੀ ਘਰ 'ਚ ਫੋਟੋ ਲੱਗੀ ਹੈ। ਸਵੇਰੇ ਉੱਠਦੇ ਆ, ਬਹਿੰਦੇ ਆ, ਨਾ ਜੀ ਬਾਬਾ ਜੀ ਦੀ ਬੜੀ ਕਿਰਪਾ ਹੈ। ਤੇ ਤੂੰ ਕਹਿੰਦਾ ਮੈਂ ਰੱਬ ਨੂੰ ਮੰਨਦਾ। ਕਿਰਪਾ ਲਈ ਤੂੰ ਕਹੀ ਜਾਂਦਾ ਜੀ ਅੱਜ ਜਿਹਦੀ ਫੋਟੋ ਲੱਗੀ ਇਹਦੀ ਕਿਰਪਾ ਹੈ। ਭਾਈ ਜੀ ਇਹਦੀ ਕਿਰਪਾ ਹੈ, ਇਹਦੀ ਕਿਰਪਾ ਕਿਹਦੇ ਤੇ ਹੋਈ? ਕਹਿਣ ਲੱਗੇ ਜੀ ਸਾਡੇ ਪਿਤਾ ਜੀ ਤੇ ਹੋਈ ਸੀ। ਚਲੋ ਠੀਕ ਹੈ ਜੀ, ਤੁਹਾਡੇ ਪਿਤਾ ਜੀ ਤੇ ਇਹਨਾਂ ਦੀਆਂ ਰੋਟੀਆਂ ਖਾਂਦੇ ਰਹੇ। ਤੁਹਾਡਾ ਦਾਦਾ ਕਿੱਥੋਂ ਖਾਂਦਾ ਸੀ? ਉਹ ਮੰਗ ਕੇ ਖਾਂਦਾ ਸੀ। ਤੁਹਾਡੇ ਪੜਦਾਦੇ ਨੇ ਰੋਟੀਆਂ ਕਿੱਥੋਂ ਖਾਧੀਆਂ? ਉਹਨਾਂ ਤੇ ਕਿਹਦੀ ਕਿਰਪਾ ਸੀ? ਚਲੋ ਤੁਸੀਂ ਤੇ ਪੈਦਾ ਹੋਏ, ਬਾਬੇ ਦੀ ਕਿਰਪਾ ਹੋ ਗਈ। ਜਿਹੜੇ ਤੁਹਾਡੇ ਦਾਦੇ ਦੇ ਘਰ ਤੁਹਾਡਾ ਪਿਓ ਪੈਦਾ ਹੋਇਆ, ਉਹ ਕਿਹਦੀ ਕਿਰਪਾ ਨਾਲ ਹੋਇਆ? ਸਾਨੂੰ ਪਤਾ ਹੀ ਨਹੀਂ ਕੀ ਬੋਲੀ ਜਾਂਦੇ ਆ। ਅਸੀਂ ਜੀ ਪ੍ਰਮਾਤਮਾ ਨੂੰ ਮੰਨਦੇ ਆ। ਪ੍ਰਮਾਤਮਾ ਨੂੰ ਮੰਨਦੇ ਨਹੀਂ, ਪ੍ਰਮਾਤਮਾ ਨੂੰ ਵਰਤਦੇ ਆ। ਜਿੱਥੇ ਜਿੱਥੇ ਸਾਨੂੰ ਠੀਕ ਲੱਗਦਾ ਅਸੀਂ ਉਹਦਾ ਨਾਮ ਵਰਤ ਲੈਂਦੇ ਆ। ਮੰਨਦੇ ਅਸੀਂ ਕਿਸੇ ਮੜੀ ਮਸਾਣੀ ਨੂੰ ਆ, ਮੰਨਦੇ ਅਸੀਂ ਕਿਸੇ ਕਬਰ ਨੂੰ ਆ, ਮੰਨਦੇ ਅਸੀਂ ਕਿਸੇ ਭੂਤ ਪ੍ਰੇਤ ਨੂੰ ਆ।
ਰੱਬ ਨੂੰ ਨਹੀਂ ਮੰਨਦੇ। ਜੇ ਰੱਬ ਨੂੰ ਮੰਨੀਏ ਤੇ ਰੱਬ ਤੋਂ ਵੱਡਾ ਤੇ ਕੋਈ ਹੈ ਹੀ ਨਹੀਂ, ਪਹਿਲੀ ਗੱਲ। ਦੂਜੀ ਗੱਲ, ਦੂਜਾ ਰੱਬ ਕੋਈ ਨਹੀਂ ਹੈ, ਇੱਕੋ ਹੀ ਹੈ। ਤੀਜੀ ਗੱਲ, ਉਹ ਤੇ ਹਮੇਸ਼ਾ ਮੇਰੇ ਨਾਲ ਹੈ। ਤੇ ਆਪਾਂ ਰੋਜ਼ ਹੀ ਕਹਿ ਦਿੰਦੇ ਆ ਪਤਾ ਨਹੀਂ ਰੱਬ ਕਿੱਥੇ ਚਲਾ ਗਿਆ, ਪਤਾ ਨਹੀਂ ਰੱਬ ਕਦੋਂ ਸਾਡੀ ਬਾਹ ਫੜੇਗਾ, ਪਤਾ ਨਹੀਂ ਰੱਬ ਸਾਡੀ ਕਦੋਂ ਸੁਣੇਗਾ। ਵੀ ਕਦੋਂ ਸੁਣੇਗਾ? ਕਿਤੇ ਛੁੱਟੀਆਂ ਚਲਾ ਗਿਆ ਕੋਈ? ਕਿਸੇ ਕੋਰਟ ਦੇ ਜੱਜ ਵਰਗਾ ਥੋੜਾ ਵੀ ਗਰਮੀਆਂ ਦੀਆਂ ਛੁੱਟੀਆਂ 'ਚ ਸ਼ਿਮਲੇ ਚਲਾ ਗਿਆ ਨਾ। ਉਹ ਤਾਂ ਦੁਕਾਲੰਗ ਪ੍ਰਨਾਸ਼ੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਭੂਤੇ। ਇਹ ਚਾਰ ਗੱਲਾਂ ਮੰਨੋਗੇ ਤੇ ਰੱਬ ਮੰਨਿਆ ਜਾਏਗਾ ਕਿ ਵੱਡਾ ਸਭ ਤੋਂ ਉਹ ਹੈ, ਉਹਦੇ ਵਰਗਾ ਕੋਈ ਦੂਸਰਾ ਰੱਬ ਨਹੀਂ ਹੈ। ਫਿਰ ਉਹ ਤੇ ਹਮੇਸ਼ਾ ਸਾਡੇ ਨਾਲ ਹੈ। ਅੱਜ ਦਾ ਹੁਕਮਨਾਮਾ ਵੀ ਇਹੀ ਸੀਗਾ, ਜੈ ਜੈ ਪੇਖੋ ਤੈ ਹਜੂਰ, ਦੂਰ ਕਤੋ ਨਾ ਜਾਈ, ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਸਤਿ ਸ਼ਬਦ ਕੋ ਬੇਖਲੇ, ਬੰਧਨ ਭਾਵ ਕੇ ਖੋਏ। ਸਤਿਗੁਰੂ ਕਹਿਣ ਲੱਗੇ ਉਸ ਸੱਚ ਦੇ ਸ਼ਬਦ ਦਾ ਮੈਂ ਭੇਖ ਧਾਰਨ ਕੀਤਾ। ਇਹ ਪਹਿਰਾਵਾ ਮੈਂ ਸੱਚੇ ਦੇ ਸ਼ਬਦ ਤੋਂ ਲਿਆ। ਪਰਮਾਤਮਾ ਜਿਹੜਾ ਹੈ ਉਹਦੀ ਬਾਣੀ ਤੋਂ, ਉਹਦੇ ਸ਼ਬਦ ਤੋਂ, ਉਹਦੇ ਕਵਾਓ ਤੋਂ ਮੈਂ ਭੇਖ ਧਾਰਨ ਕੀਤਾ। ਬੰਧਨ ਭਵ ਕੇ ਖੋਏ। ਤੇ ਜਿਹੜੇ ਦੁਨੀਆ ਵਾਲੇ ਬੰਧਨ ਨੇ, ਕਹਿੰਦੇ ਮੈਂ ਸਾਰੇ ਗਵਾ ਦਿੱਤੇ ਨੇ, ਕੱਟ ਦਿੱਤੇ ਨੇ ਆਪਣੇ, ਮੈਂ ਕਿਸੇ ਬੰਧਨ ਵਿੱਚ ਨਹੀਂ ਆ, ਕਿਉਂਕਿ ਮੈਂ ਗੁਰੂ ਦੇ ਪਰਮਾਤਮਾ ਦੇ ਸ਼ਬਦ ਤੋਂ ਭੇਖ ਧਾਰਨ ਕੀਤਾ। ਹਾਂਜੀ। ਹਾਂ ਗਰੀਬ ਨਹਿ ਸ਼ਕਤੀ ਮੋਹ ਮੈਂ, ਵਿਚਰ ਬਲੋਹ ਕੋ ਜਗ ਕੋ ਜਹ ਤਹ। ਕਹਿਣ ਲੱਗੇ ਮੈਂ ਗਰੀਬ ਆ, ਮੇਰੇ ਕੋਲੇ ਕੋਈ ਸ਼ਕਤੀ ਨਹੀਂ। ਹਾਂ ਇਹ ਜ਼ਰੂਰ ਹੈ ਕਿ ਮੈਂ ਤੁਰ ਫਿਰ ਕੇ ਇੱਧਰ ਉੱਧਰ ਮੈਂ ਦੁਨੀਆ ਨੂੰ ਵੇਖ ਰਿਹਾ। ਇਹ ਠੀਕ ਹੈ ਕਿ ਮੈਂ ਤੁਰ ਫਿਰ ਕੇ ਦੁਨੀਆ ਵੇਖ ਰਿਹਾ ਕਿ ਦੁਨੀਆ ਕੈਸੀ ਹੈ, ਕਿੱਥੇ ਕਿੱਥੇ ਹੈ, ਕਿਵੇਂ ਕਿਵੇਂ ਲੋਕ ਰਹਿੰਦੇ ਨੇ। ਪਰ ਮੈਂ ਗਰੀਬ ਆਦਮੀ ਹਾਂ, ਮੇਰੇ ਕੋਲ ਸ਼ਕਤੀ ਕੋਈ ਨਹੀਂ ਹੈ, ਕੋਈ ਮੇਰੇ ਕੋਲੇ ਕਰਾਮਾਤ ਨਹੀਂ, ਕੋਈ ਮੇਰੇ ਕੋਲੇ ਤੁਹਾਡੇ ਵਰਗੀਆਂ ਰਿਧੀਆਂ ਸਿੱਧੀਆਂ ਨਹੀਂ। ਹਾਂਜੀ। ਗਰਭ ਬੈਨ ਸ਼ਕਤੀ ਬਲ ਗਮ ਕੋ, ਸ਼੍ਰੀ ਪਰਮੇਸ਼ਰ ਬਖਸ਼ਿਸ਼ ਤੁਮ ਕੋ। ਤੁਹਾਡੇ ਅੰਦਰ ਗਰਭ ਹੰਕਾਰ, ਫਿਰ ਗਰਭ ਬੈਨ ਹੰਕਾਰ ਦੀਆਂ ਗੱਲਾਂ, ਇਹ ਸ਼ਕਤੀ, ਫਿਰ ਇਹ ਬਲ, ਇੱਥੋਂ ਉੱਡੇ ਤੇ ਉੱਥੇ ਚਲੇ ਗਏ, ਉੱਥੋਂ ਉੱਡੇ ਤੇ ਉੱਥੇ ਚਲੇ ਗਏ। ਸਤਿਗੁਰੂ ਜੀ ਕਹਿਣ ਲੱਗੇ ਸ਼੍ਰੀ ਪਰਮੇਸ਼ਰ ਬਖਸ਼ਿਸ਼ ਤੁਮ ਕੋ। ਸਿੱਧ ਜਣੋ ਇਹ ਸ਼ਕਤੀਆਂ ਰੱਬ ਨੇ ਤੁਹਾਨੂੰ ਦਿੱਤੀਆਂ ਨੇ। ਮੈਂ ਤੇ ਗਰੀਬ ਆਦਮੀ ਆ ਤੇ ਤੁਰ ਫਿਰ ਕੇ ਮੈਂ ਦੁਨੀਆ ਵੇਖ ਰਿਹਾ ਤੇ ਮੰਨਦਾ ਮੈਂ ਸੱਚ ਨੂੰ ਆ, ਤੇ ਜਿਹੜੀ ਸੱਚ ਦੀ ਬਾਣੀ ਹੈ ਉਹਦਾ ਮੈਂ ਭੇਖ ਧਾਰਨ ਕੀਤਾ। ਉਸ ਨੇ ਕੀ ਕੀਤਾ ਹੈ? ਮੇਰੇ ਸਾਰੇ ਬੰਧਨ ਕੱਟ ਦਿੱਤੇ ਨੇ। ਮੈਂ ਕਾਪ ਜੀ ਨੂੰ ਬੇਨਤੀ ਕਰਾਂ, ਹਿੰਦੁਸਤਾਨ ਦੇ ਕਾਨੂੰਨ ਵਿੱਚ ਤੁਸੀਂ ਨਹੀਂ ਬੱਧੇ ਹੋਏ, ਪਰ ਅਸੀਂ ਬੱਧੇ ਹੋਏ ਆ ਅੰਧ ਵਿਸ਼ਵਾਸ ਵਿੱਚ, ਵਹਿਮਾਂ ਭਰਮਾਂ ਵਿੱਚ, ਭਾਈਚਾਰੇ ਦੀਆਂ, ਕੋਈ ਜਾਤੀਵਾਦ ਦੀਆਂ, ਕੋਈ ਵਰਨ ਵੰਡ ਦੀਆਂ, ਜਾਂ ਕੁਝ ਨੱਕ ਨਜੂਮ ਦੀਆਂ ਜਿਹੜੀਆਂ ਬੰਦਸ਼ਾਂ ਨੇ, ਉਹਦੇ ਵਿੱਚ ਬੱਧੇ ਹੋਏ ਆ। ਮੈਂ ਕੱਲ ਪਰਸੋਂ ਵੀ ਬੇਨਤੀ ਕੀਤੀ, ਮੈਂ ਇੱਕ ਕਵਿਤਾ ਪੜ੍ਹੀ ਜਿਸ ਵਿਅਕਤੀ ਨੇ ਲਿਖੀ। ਉਹ ਕਹਿੰਦਾ ਕਿ ਇਹਨਾਂ ਦਿਨਾਂ 'ਚ ਮੈਨੂੰ ਇੱਕ ਲੜਕੀ ਮਿਲੀ, ਤੇ ਉਹਨੇ ਦੱਸਿਆ ਵੀ ਅੰਕਲ ਮੇਰਾ ਵਿਆਹ ਹੋ ਗਿਆ। ਤੇ ਉਹ ਲੜਕੀ ਨੇ ਕਰੋਨੇ ਦਾ ਥੈਂਕਸ ਕੀਤਾ ਵੀ ਕਰੋਨਾ ਤੇਰੀ ਵਜ੍ਹਾ ਨਾਲ ਮੇਰੇ ਬਾਪ ਨੂੰ ਲੋਕਾਂ ਦੀਆਂ ਮਿੰਨਤਾਂ ਨਹੀਂ ਕਰਨੀਆਂ ਪਈਆਂ ਕਿ ਵਿਆਹ ਤੇ ਜ਼ਰੂਰ ਆਇਓ ਜੀ। ਧੀ ਦੇ ਵਿਆਹ ਤੇ ਵੀ ਅਸੀਂ ਲੜਕੀ ਦੇ ਪਿਓ ਤੋਂ ਮਿੰਨਤਾਂ ਕਰਾਉਂਦੇ ਆ
ਵੀ ਡੱਬਾ ਵੀ ਲੈ ਕੇ ਆ ਤੇ ਹੱਥ ਵੀ ਜੋੜ ਕਿ ਮੇਰੀ ਕੁੜੀ ਦੇ ਵਿਆਹ ਤੇ ਆਏ ਹੋ ਜੇ। ਫਿਰ ਸਹੁਰਿਆਂ ਦੀਆਂ ਡਿਮਾਂਡ ਪੂਰੀਆਂ ਕਰਨੀਆਂ ਪੈਂਦੀਆਂ ਨੇ। ਕਹਿੰਦੇ ਮੇਰੇ ਪਿਤਾ ਨੂੰ ਉਹ ਵੀ ਨਹੀਂ ਕਰਨੀਆਂ ਪਈਆਂ। ਕਰੋਨੇ ਦੀ ਵਜ੍ਹਾ ਨਾਲ ਕਹਿੰਦੀ 4-5 ਜੀ ਸਾਡੇ ਸੀ, 4-5 ਉਹਨਾਂ ਦੇ ਸੀ, ਤੇ ਅੰਕਲ ਮੇਰਾ ਬੜਾ ਹੀ ਸੌਖਾ ਵਿਆਹ ਹੋ ਗਿਆ। ਤੇ ਕਹਿੰਦੀ ਮੈਂ ਕਰੋਨੇ ਦਾ ਥੈਂਕਸ ਕੀਤਾ ਵੀ ਤੇਰੇ ਕਰਕੇ ਹੋਇਆ, ਨਹੀਂ ਤੇ ਇਹਨਾਂ ਲੋਕਾਂ ਨੇ ਮੇਰੇ ਬਾਪ ਦਾ ਜਲੂਸ ਕੱਢ ਦੇਣਾ ਸੀ। ਪੁੱਛਦੇ ਨੇ ਅਗਲੇ, ਲਾਵਾਂ ਕਿੱਥੇ ਕਰੋਗੇ ਜੀ? ਹੋਟਲ 'ਚ ਕਰ ਲਓ। ਬ੍ਰੇਕਫਾਸਟ ਕਿੱਥੇ ਕਰਾਓਗੇ ਜੀ? ਲੰਚ ਕਿੱਥੇ ਕਰਾਓਗੇ ਜੀ? ਡਿਨਰ ਕਿੱਥੇ ਕਰਾਓਗੇ ਜੀ? ਸਗਨ ਕਿੱਥੇ ਲੈ ਕੇ ਆਓਗੇ ਜੀ? ਮਿਲਣੀਆਂ ਕਿੱਥੇ ਕਿਵੇਂ ਕਿਵੇਂ ਕਰਾਓਗੇ ਜੀ? ਕੀ ਕੀ ਉਹਦੇ 'ਚ ਪਾਓਗੇ ਜੀ? ਉਹ ਬੱਚੀ ਕਹਿੰਦੀ ਮੈਂ ਤਾਂ ਕਿਹਾ ਕਰੋਨੇ ਨੂੰ ਵੀ ਤੇਰਾ ਹੀ ਥੈਂਕਸ ਹੈ ਵੀ ਤੂੰ ਕੰਮ ਸੌਖਾ ਹੀ ਕੱਢ ਦਿੱਤਾ। ਗੁਰੂ ਦੀ ਬਾਣੀ ਸਾਨੂੰ ਬੰਧਨਾਂ ਤੋਂ ਮੁਕਤ ਕਰਦੀ ਹੈ। ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਵੀ ਕੋਈ ਕਾਨੂੰਨ ਹੈਗਾ ਕਿ ਤੁਸੀਂ ਸਿਰ ਕਿੱਧਰ ਨਹਾਉਣਾ ਹੈ? ਤੁਸੀਂ ਕਹੋਗੇ ਜੀ ਨਹੀਂ। ਕੱਪੜੇ ਕਦੋਂ ਧੋਣੇ ਨੇ? ਕੋਈ ਕਾਨੂੰਨ ਹੈਗਾ? ਤੁਸੀਂ ਕਹੋਗੇ ਜੀ ਨਹੀਂ। ਟਰੈਵਲਿੰਗ ਕਦੋਂ ਕਰਨੀ? ਕੋਈ ਕਾਨੂੰਨ ਹੈਗਾ? ਤੁਸੀਂ ਕਹੋਗੇ ਜੀ ਨਹੀਂ। ਪਰ ਸਾਡੇ ਚੋਂ ਕਿੰਨੇ ਕੁ ਮੁਕਤ ਨੇ ਜੀ? ਇਹਨਾਂ ਨੇ ਸਫ਼ਰ ਕਰਨਾ ਹੋਵੇ ਤੇ ਮਹੂਰਤ ਕਢਾਉਣਗੇ, ਸਿਰ ਨਹਾਉਣਾ ਹੈ ਤੇ ਪੁੱਛਣਗੇ ਵੀ ਅੱਜ ਮੰਗਲਵਾਰ ਤੇ ਨਹੀਂ ਗਾ, ਅੱਜ ਵੀਰਵਾਰ ਤੇ ਨਹੀਂ, ਅੱਜ ਸ਼ਨੀਚਰਵਾਰ ਤੇ ਨਹੀਂ। ਕੱਪੜੇ ਧੋਣ ਲੱਗਿਆਂ ਪੁੱਛਣਗੇ ਵੀ ਅੱਜ ਧੋਣੇ ਨੇ ਕਿ ਨਹੀਂ ਧੋਣੇ। ਘਰ ਦਾ ਕੋਈ ਕੰਮ ਕਰਨਾ ਹੈ ਫਿਰ ਪੁੱਛਣ ਜਾਣਗੇ ਵੀ ਅੱਜ ਕੋਈ ਉਹ ਪੰਚਕਾਂ ਤੇ ਨਹੀਂ ਹੈਗੀਆਂ, ਅੱਜ ਕੋਈ ਗ੍ਰਹਿਣ ਤੇ ਨਹੀਂ ਲੱਗਣਾ। ਦੱਸੋ ਕਾਨੂੰਨ ਦੇ ਵਿੱਚ ਕਿੱਥੇ ਹੈ? ਪਰਸੋਂ ਸੂਰਜ ਗ੍ਰਹਿਣ ਸੀ। ਇੱਕ ਭੈਣ ਦਾ ਜੰਮੂ ਕਸ਼ਮੀਰ ਤੋਂ ਫੋਨ ਆਇਆ, ਕਹਿੰਦੀ ਸਾਨੂੰ ਲੋਕ ਡਰਾਈ ਜਾਂਦੇ ਨੇ, ਵੀਰ ਜੀ ਕੀ ਕਰੀਏ? ਮੈਂ ਕੁਛ ਨਹੀਂ ਕਰਨਾ, ਪਾਠ ਕਰੋ। ਹੁਣ ਸੂਰਜ ਗ੍ਰਹਿਣ ਤੇ ਕੀ ਹੁੰਦਾ ਹੈ? ਵੇਖੋ 2-4 ਗੱਲਾਂ ਦਾ ਤੇ ਮੈਨੂੰ ਵੀ ਪਤਾ ਹੈ ਵੀ ਜੇ ਘਰ 'ਚ ਦੁੱਧ ਰੱਖਿਆ ਹੋਵੇ ਤਾਂ ਉਹਦੇ ਵਿੱਚ ਲੱਕੜ ਦਾ ਤੀਲਾ ਪਾ ਦੇਣਾ ਚਾਹੀਦਾ ਵਿੱਚ, ਉਹ ਦੁੱਧ ਗ੍ਰਹਿਣਿਆ ਨਹੀਂ ਜਾਂਦਾ। ਜੇ ਕਿਸੇ ਭੈਣ ਦੇ ਘਰ ਬੱਚੇ ਦੀ ਉਮੀਦਵਾਰੀ ਹੋਵੇ ਉਹਦੇ ਲਈ ਵੱਖਰਾ ਪਰਹੇਜ਼ ਹੈ। ਇੱਕ ਸਾਰੀ ਕੁਦਰਤ ਦੀ ਇੱਕ ਖੇਡ ਹੈ। ਇਹਦੇ ਚੰਦਰਮਾ ਦੇ ਗ੍ਰਹਿਣ ਵੀ ਆਉਣਗੇ, ਸੂਰਜ ਦੇ ਵੀ ਆਉਣਗੇ। ਹੁਣ ਵੇਖੋ ਨਾ, ਹਨੇਰੀ ਹੈ, ਮੀਂਹ ਹੈ, ਧੁੱਪ ਹੈ, ਸਰਦੀ ਹੈ, ਗਰਮੀ ਹੈ। ਇਹ ਤੇ ਕੁਦਰਤ ਦਾ ਇੱਕ ਚੱਕਰ ਹੈ, ਇਹ ਤੇ ਚੱਲੇਗਾ ਭਾਈ। ਹੁਣ ਆਪਾਂ ਕਹੀਏ ਜੀ ਐਤਕਾਂ ਗਰਮੀ ਕਿਉਂ ਜ਼ਿਆਦਾ ਪੈ ਗਈ ਜੀ, ਇਹਦੀ ਕਰੋਪੀ ਹੈ ਜੀ, ਐਤਕਾਂ ਮੀਂਹ ਕਿਉਂ ਜ਼ਿਆਦਾ ਪੈ ਗਏ ਜੀ। ਵੀ ਕਦੇ ਜ਼ਿਆਦਾ ਵੀ ਪੈਂਦੇ ਨੇ, ਕਦੇ ਘੱਟ ਵੀ ਪੈਂਦੇ ਨੇ। ਗੁਰਬਾਣੀ ਨੂੰ ਪੜੋ ਤੇ ਤੁਸੀਂ ਬੰਧਨਾਂ ਤੋਂ ਮੁਕਤ ਹੋਣੇ ਚਾਹੀਦੇ ਹੋ। ਤੋ ਪ੍ਰਸਾਦ ਭਰਮ ਕਾ ਨਾਸ਼, ਖਤਮ। ਸਿੱਖਾਂ ਦੇ ਵਿੱਚ ਕੋਈ ਵਹਿਮ ਭਰਮ ਨਹੀਂ ਹੁੰਦਾ, ਨਾ ਜੰਮਣ ਦਾ, ਨਾ ਮਰਨ ਦਾ, ਨਾ ਵਿਆਹ ਸ਼ਾਦੀ ਦਾ, ਨਾ ਗ੍ਰਹਿ ਪ੍ਰਵੇਸ਼ ਦਾ। ਸਾਡੇ 'ਚ ਕੋਈ ਵਹਿਮ ਭਰਮ ਨਹੀਂ ਹੈਗਾ। ਜੰਮਣਾ ਮਰਨਾ ਕੀ ਹੈ? ਜੰਮਣ ਮਰਨਾ ਹੁਕਮ ਹੈ। ਇਹ ਤੇ ਤਾਂ ਹੁਕਮ ਹੈ ਭਾਈ, ਉਹਦੀ ਆਗਿਆ ਹੈ। ਕੌਣ ਰੋਕ ਸਕਦਾ? ਉਹਦੀ ਆਗਿਆ ਨੂੰ ਕੋਈ ਨਹੀਂ ਰੋਕ ਸਕਦਾ। ਸਤਿਗੁਰੂ ਕਹਿੰਦੇ ਮੈਂ ਸੱਚੇ ਦੇ ਸ਼ਬਦ ਤੋਂ ਇਹ ਆਪਣੇ ਬੰਧਨ ਜਿਹੜੇ ਨੇ ਉਹ ਕੱਟ ਦਿੱਤੇ ਨੇ। ਕੋਈ ਲੋਕ ਲਾਜ ਮੇਰੇ ਤੇ ਲਾਗੂ ਨਹੀਂ ਹੁੰਦੀ, ਕੋਈ ਨੱਕ ਨਜੂਮ ਮੇਰੇ ਤੇ ਲਾਗੂ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਹਿੰਦੇ ਮੈਂ ਸੱਚੇ ਦੇ ਸ਼ਬਦ ਨੂੰ ਪੜ੍ਹਦਾ। ਹਾਂਜੀ। ਇਸ ਪ੍ਰਕਾਰ ਕੇ ਬੋਲਤ ਬਚਨਾ, ਭਈ ਆਨ ਰਜਣੀ ਕੀ ਰਚਨਾ। ਇਸ ਤਰ੍ਹਾਂ ਬਚਨ ਬਲਾਸ ਕਰਦੇ ਆ, ਰਾਤ ਪੈ ਗਈ। ਹਾਂਜੀ। ਤਬ ਆਪਣੇ ਆਪਣੇ ਥਲ ਜਾਏ, ਬੈਠ ਗਏ ਸਿੱਧ ਆਸਣ ਲਾਏ। ਸ਼ਾਮਾਂ ਪੈ ਗਈਆਂ, ਰਾਤ ਪੈ ਗਈ, ਸਿੱਧ ਚਰਚਾ ਚੋਂ ਉੱਠ ਕੇ ਚਲੇ ਗਏ।
ਆਪਣੀ ਆਪਣੀ ਥਾਂ ਤੇ ਜਾ ਕੇ ਉਹਨਾਂ ਨੇ ਫਿਰ ਸਮਾਧੀਆਂ ਲਾ ਲਈਆਂ। ਹਾਂਜੀ। ਸ਼੍ਰੀ ਗੁਰ ਕਹੈ ਉਠੋ ਅਬ ਬਾਲਾ, ਧੂਨੀ ਆਨੈ ਸਰਦੀ ਕਾਲਾ। ਸਤਿਗੁਰੂ ਨੇ ਆਪਣੇ ਸੇਵਕ ਨੂੰ ਕਿਹਾ ਵੀ ਮਰਦਾਨਿਆ, ਸਰਦੀ ਦਾ ਵਕਤ ਹੈ ਤੇ ਰਾਤ ਕਿਵੇਂ ਕੱਟਣੀ ਹੈ? ਜਾਂ ਇਹ ਜਿਹੜੇ ਜੋਗੀ ਲੋਕ ਨੇ ਇਹਨਾਂ ਦੇ ਕੋਲੋਂ ਧੂਣੀ ਲੈ ਕੇ ਆ, ਅੱਗ ਲੈ ਕੇ ਆ, ਆਪਾਂ ਵੀ ਅੱਗ ਬਾਲ ਲਈਏ। ਤੁਸੀਂ ਅੱਗ ਦੇ ਕਿਨਾਰੇ ਬੈਠ ਕੇ ਆਪਾਂ ਵੀ ਰਾਤ ਕੱਟ ਲਵਾਂਗੇ। ਹਾਂਜੀ। ਆਏ ਅਸ ਪਾਏ ਗਇਓ ਇਕ ਥਾਏ, ਪੀਛੇ ਸਿਧ ਆਏ ਤਬ ਤਾਏ। ਆਇਸ ਪਾਏ ਗਇਓ ਇੱਕ ਥਾਏ। ਸੇਵਕ ਇੱਕ ਥਾਂ ਤੇ ਗਿਆ ਕਿ ਮੈਂ ਉੱਥੋਂ ਅੱਗ ਲੈ ਲਵਾਂ। ਹੁਣ ਜਿੱਥੇ ਉਹਨਾਂ ਸਿੱਧਾਂ ਨੇ ਧੂਣੀ ਬਾਲੀ ਸੀ, ਸਿੱਧ ਜਿਹੜੇ ਸੀ ਉਹ ਭੱਜ ਪਏ ਵੀ ਸਾਡੀ ਚੀਜ਼ ਤੂੰ ਕਿਵੇਂ ਚੁੱਕਣ ਆ ਗਿਆ ਬਈ? ਇਹ ਅੱਗ ਤੇ ਸਾਡੀ ਹੈ, ਇਹ ਧੂਣੀ ਤੇ ਸਾਡੀ ਹੈ। ਜਦੋਂ ਕਿ ਸੱਚ ਹੈ ਕਿ ਮਿੱਟੀ, ਪਾਣੀ, ਹਵਾ, ਅਗਨੀ ਇਹ ਪ੍ਰਮਾਤਮਾ ਨੇ ਸਭ ਲਈ ਸਾਂਝੀਆਂ ਬਣਾਈਆਂ ਨੇ। ਉਹ ਆ ਕੇ ਤੇ ਲੜਨਾ ਸ਼ੁਰੂ ਕਰਤਾ। ਉਹਨਾਂ ਨੇ ਰੋਕ ਦਿੱਤਾ ਕਿ ਨਹੀਂ ਬਈ ਤੂੰ ਅੱਗ ਨਹੀਂ ਲੈ ਸਕਦਾ। ਹਾਂਜੀ। ਤeh ਛਿਨ ਜੋ ਧੂਨੀ ਲਾਈ, ਛੀਨੀ ਮੋਹ ਢਿਗ ਆਏ। ਜਿਹੜੀ ਅੱਗ ਥੋੜੀ ਬਹੁਤੀ ਚੁੱਕੀ ਸੀ ਕਿ ਚਲੋ ਅਸੀਂ ਈਂਧਣ ਇਕੱਠਾ ਕਰਾਂਗੇ, ਲੱਕੜਾਂ ਕਰਾਂਗੇ, ਉਹਦੇ ਵਿੱਚ ਇਹਦੀ ਚੰਗਿਆੜੀ ਦੀ ਚਿਨਗ ਲਾਵਾਂਗੇ ਤੇ ਸਾਡੀ ਵੀ ਅੱਗ ਬਲ ਜਾਏਗੀ। ਉਹਨਾਂ ਨੇ ਉਹ ਲੱਕੜੀ ਵੀ ਖੋਲੀ। ਉਹ ਅੱਗ ਜਿਹੜੀ ਸੀ ਉਹ ਉਹਨਾਂ ਤੋਂ ਖੋਹ ਲਈ, ਵਾਪਸ ਲੈ ਲਈ। ਆਖਿਆ ਨਹੀਂ ਅਸੀਂ ਤੈਨੂੰ ਅਗਨੀ ਨਹੀਂ ਦੇ ਸਕਦੇ। ਮੈਂ ਛੂਛੋ ਫਿਰ ਕਹਿ ਗਇਓ, ਸਭ ਬਿਦ ਦਈ ਸੁਣਾਏ। ਸੇਵਕ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਦੱਸਿਆ ਵੀ ਮਹਾਰਾਜ ਮੈਂ ਤੇ ਖਾਲੀ ਮੁੜਿਆ, ਅੱਗ ਮੈਂ ਚੁੱਕ ਲਈ ਸੀ ਪਰ ਉਹਨਾਂ ਨੇ ਵਾਪਸ ਖੋਹ ਲਈ, ਰੱਖ ਲਈ ਆਪਣੇ ਕੋਲੇ। ਮੈਂ ਉਹਨਾਂ ਨੂੰ ਕਿਹਾ ਵੀ ਹੈ ਪਰ ਉਹਨਾਂ ਮੇਰੀ ਮੰਨੀ ਨਹੀਂ, ਉਹਨਾਂ ਨੇ ਮੈਨੂੰ ਅਗਨੀ ਨਹੀਂ ਦਿੱਤੀ, ਮੈਂ ਖਾਲੀ ਹੱਥ ਵਾਪਸ ਮੁੜਿਆ। ਹਾਂਜੀ। ਗੁਰੂ ਕਹਿਓ ਨਿਜ ਪਟਕੋ ਚਾਰ, ਚਾਰੇ ਨਿਜ ਸੀ ਮਿਹੰਗਣ ਚਾਰ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ, ਤੂੰ ਏਦਾਂ ਕਰ, ਇਹ ਪੱਟ ਦਾ ਅਰਥ ਹੁੰਦਾ ਕੱਪੜਾ। ਸਤਿਗੁਰੂ ਕਹਿਣ ਲੱਗੇ ਤੂੰ ਆਪਣੇ ਕੱਪੜੇ ਝਾੜ। ਸਤਿਗੁਰੂ ਜੀ ਨੇ ਆਪਣੇ ਪੱਟ ਨੂੰ, ਕੱਪੜੇ ਨੂੰ ਝਾੜਨ ਵਾਸਤੇ ਆਦੇਸ਼ ਕੀਤਾ। ਹਾਂਜੀ। ਮੈਂ ਆਇਸ ਲੇਹ ਕਰ ਸੋ ਕੂਟੀ, ਤਿਨ ਤੇ ਧੂਨੀ ਭਈ ਅਖੂਟੀ। ਮੈਂ ਆਇਸ ਲੇਕਰ ਸੋ ਕੂਟੀ। ਕਹਿੰਦੇ ਜਦੋਂ ਮੈਂ ਉਸ ਕੱਪੜੇ ਨੂੰ ਝਾੜਿਆ ਤੇ ਉਸ ਕੱਪੜੇ ਦੇ ਵਿੱਚੋਂ ਤਿੰਨ ਤੇ ਧੂਨੀ ਪਈ ਅਖੂਟੀ। ਪਹਿਲਾਂ ਕੀ ਹੋਇਆ? ਕਹਿੰਦੇ ਉਹਦੇ ਵਿੱਚੋਂ ਅੱਗ ਪ੍ਰਗਟ ਹੋ ਗਈ। ਪਹਿਲਾਂ ਕੱਪੜੇ ਨੂੰ ਲੈ ਕੇ ਕੁੱਟਿਆ, ਜਿਵੇਂ ਪੱਥਰ ਤੇ ਪੱਥਰ ਮਾਰੋ ਤੇ ਅੱਗ ਪੈਦਾ ਹੁੰਦੀ ਹੈ, ਇਵੇਂ ਕਹਿੰਦੇ ਉਹਦੇ ਵਿੱਚੋਂ ਅਗਨੀ ਜਿਹੜੀ ਸੀ ਉਹ ਪ੍ਰਾਪਤ ਹੋ ਗਈ, ਅੱਗ ਨਿਕਲ ਆਈ ਉਹਦੇ ਵਿੱਚੋਂ। ਹਾਂਜੀ। ਵੱਡੋ ਢੇਰ ਪਾਵਕ ਪੁਨ ਬਾਰੀ, ਦੇਖ ਸਿੱਧ ਬਿਸਮੈ ਮਤ ਹਾਰੀ। ਇਸ ਤਰ੍ਹਾਂ ਵੱਡੋ ਢੇਰ ਪਾਵਕ ਪੁਨ ਬਾਰੀ, ਦੇਖ ਸਿੱਧ ਬਿਸਮੈ ਮਤ ਹਾਰੀ। ਧੂਣੀ ਬਾਲ ਲਈ, ਅੱਗ ਬਲਣੀ ਸ਼ੁਰੂ ਹੋ ਗਈ। ਰਾਤ ਦਾ ਵਕਤ ਸੀ, ਹੁਣ ਅੱਗ ਬਲਦੀ ਦੂਰੋਂ ਨਜ਼ਰ ਆ ਗਈ। ਸਿੱਧ ਜੋਗੀ ਲੋਕ ਜਿਹੜੇ ਸੀ ਉਹ ਪਰੇਸ਼ਾਨ ਹੋ ਗਏ। ਮਤਲਬ ਇਸ ਕਥਾ ਤੋਂ ਤੁਹਾਨੂੰ ਇੱਕ ਗੱਲ ਸਮਝ ਆਏਗੀ ਕਿ ਬੰਦੇ ਦੀ ਪਰੇਸ਼ਾਨੀ ਕੀ ਹੈ। ਆਮ ਕਰਕੇ ਆਪਾਂ ਇੱਕ ਦੂਜੇ ਨੂੰ ਤੁਸੀਂ ਵੇਖਿਓ, ਮਿਲੇ ਹੋ, ਆਪਾਂ ਪਰੇਸ਼ਾਨ ਰਹਿੰਦੇ ਆ। ਆਪਾਂ ਪਰੇਸ਼ਾਨ ਇਸ ਕਰਕੇ ਨਹੀਂ ਆ ਕਿ ਮੇਰੇ ਕੋਲ ਕੀ ਹੈ, ਮੈਂ ਕਿੱਥੇ ਬੈਠਾ, ਮੈਂ ਕਿੱਥੋਂ ਤੁਰਿਆ ਸੀ ਨਾ। ਪਰੇਸ਼ਾਨੀ ਇਹ ਵੀ ਮੇਰੇ ਨਾਲ ਦੇ ਗਾਂ ਕਿਵੇਂ ਚਲੇ ਗਏ, ਉਹਨਾਂ ਕੋਲ ਇੰਨਾ ਸਮਾਨ ਕਿਵੇਂ ਇਕੱਠਾ ਹੋ ਗਿਆ। ਅਗਰ ਸਾਡੇ ਜਾਣਕਾਰ, ਸਾਡੇ ਆਲੇ ਦੁਆਲੇ ਦੇ ਲੋਕ
ਸਾਡੇ ਵਾਂਗ ਹੀ ਭੁੱਖੇ ਨੰਗੇ ਬੈਠੇ ਹੁੰਦੇ ਤੇ ਕੋਈ ਪਰੇਸ਼ਾਨੀ ਨਹੀਂ ਸੀ। ਹੁਣ ਸਿੱਧ ਜੋਗੀ ਲੋਕ ਆਪ ਧੂਣੀ ਲਾ ਕੇ ਬੈਠੇ ਨੇ, ਕੋਈ ਪਰੇਸ਼ਾਨੀ ਨਹੀਂ। ਪਰ ਜਦੋਂ ਸਤਿਗੁਰੂ ਵਾਲੇ ਪਾਸੇ ਅੱਗ ਬਲ ਪਈ ਤੇ ਉਹ ਪਰੇਸ਼ਾਨ ਹੋ ਗਏ। ਵੱਡੋ ਢੇਰ ਪਾਵਕ ਪੁੰਨ ਬਾਰੀ, ਦੇਖ ਸਿੱਧ ਬਿਸਮੈ ਮਤ ਹਾਰੀ। ਉਹਨਾਂ ਦੀ ਤੇ ਮਾਤੀ ਹਾਰ ਗਈ ਵੀ ਇਹ ਕੀ ਬਣਿਆ। ਅਚਰਜਤਾ ਹੋਈ, ਹੈਰਾਨੀ ਹੋਈ ਉਹਨਾਂ ਨੂੰ, ਬੜੇ ਵਿਸਮਾਦਤ ਹੋਏ ਵੀ ਇਹ ਕੀ, ਅਸੀਂ ਅੱਗ ਦਿੱਤੀ ਕੋਈ ਨਹੀਂ ਤੇ ਇਹਨਾਂ ਨੇ ਅੱਗ ਪੈਦਾ ਕਿਵੇਂ ਕਰ ਲਈ ਬਈ। ਹਾਂਜੀ, ਕਿਹ ਤੇ ਲਿਆਏ ਤੂੰ ਨਹੀਂ ਪਾਈ, ਪੁਨ ਸਿੱਧਨ ਬਹੁ ਪਾਉਣ ਚਲਾਈ। ਉਹਨਾਂ ਤੋਂ ਇਹ ਗੱਲ ਸਹਾਰੀ ਨਹੀਂ ਗਈ ਤਾਂ ਸਿੱਧ ਜੋਗੀ ਲੋਕਾਂ ਨੇ ਕੀ ਕੀਤਾ, ਉਹਨਾਂ ਨੇ ਆਪਣੀ ਸ਼ਕਤੀ ਨਾਲ, ਆਪਣੀ ਕਰਾਮਾਤ ਨਾਲ ਹਨੇਰੀ ਝੁਲਾ ਦਿੱਤੀ। ਹੁਣ ਪੁੱਛੋਗੇ ਵੀ ਹਨੇਰੀ ਝਲਾਉਣ ਦਾ ਕੀ ਮਤਲਬ ਸੀ। ਮਤਲਬ ਇਹ ਸੀਗਾ ਕਿ ਜਿੱਥੇ ਇਹਨਾਂ ਦੀ ਅੱਗ ਬਲਦੀ ਹੈ ਉਹ ਜਗ੍ਹਾ, ਉਹ ਸਮਾਨ ਸਾਰਾ ਹੀ ਉੱਡ ਜਾਏ ਹਵਾ ਦੇ ਵਿੱਚ। ਗੁਰੂ ਜੀ ਦੀ ਬਾਲੀ ਹੋਈ ਜਿਹੜੀ ਧੂਣੀ ਹੈ, ਤਾਂ ਕਿ ਉਸ ਨੂੰ ਹਨੇਰੀ, ਹਵਾ, ਝੱਖੜ ਜਿਹੜਾ ਹੈ ਉਹ ਉਡਾ ਕੇ ਲੈ ਜਾਏ। ਹਾਂਜੀ, ਖਰੇ ਤਹਾਂ ਤਰਵਰ ਜੋ ਗਾਡੇ, ਵੇਖ ਉਖਾਰੇ ਰਹੇ ਨ ਠਾਂਡੇ। ਖਰੇ ਤਹਾਂ ਤਰਵਰ ਜੋ ਗਾਢੇ, ਹਨੇਰੀ ਇੰਨੀ ਤੇਜ਼ ਚੱਲੀ ਕਿ ਜਿਹੜੇ ਉੱਥੇ ਖਲੋਤੇ ਦਰਖਤ ਸਨ ਉਹ ਵੀ ਉਖੜਨੇ ਸ਼ੁਰੂ ਹੋ ਗਏ। ਹਨੇਰੀ ਜਿਹੜੀ ਹੈ ਉਹਨੂੰ, ਉਹਨਾਂ ਦਰਖਤਾਂ ਨੂੰ, ਬ੍ਰਿਕਸ਼ਾਂ ਨੂੰ, ਪੇੜਾਂ ਨੂੰ ਜੜ੍ਹਾਂ ਤੋਂ ਪੁੱਟਣ ਲੱਗ ਪਈ, ਇੰਨੀ ਤੇਜ਼ ਹਵਾ ਚੱਲੀ ਹੈ। ਹਾਂਜੀ, ਬਹੁ ਕੰਕਰ ਅਰ ਤੂਰ ਉਡਾਈ, ਪਉਡੈ ਸਭ ਮੁਖ ਪਰ ਪਟ ਪਾਈ। ਉਸ ਹਨੇਰੀ ਦੇ ਨਾਲ ਮਿੱਟੀ, ਕੰਕਰ ਸਭ ਉੱਡਣੇ ਸ਼ੁਰੂ ਹੋ ਗਏ। ਇਹ ਮਿੱਟੀ, ਇਹ ਕੰਕਰ ਉੱਡ ਉੱਡ ਕੇ ਦੂਜਿਆਂ ਦੇ ਮੂੰਹ ਵਿੱਚ ਪੈਣੇ ਸ਼ੁਰੂ ਹੋ ਗਏ। ਇੰਨੀ ਤੇਜ਼ ਹਵਾ ਚੱਲੀ, ਏਡਾ ਤੇਜ਼ ਝੱਖੜ ਝੁੱਲਿਆ। ਹਾਂਜੀ, ਜਿਸ ਬ੍ਰਿਸ਼ਹਿ ਕੇ ਤਰ ਗੁਰੂ, ਉੱਡਣ ਲੱਗਿਓ ਜਬ ਸੋਏ। ਉਹ ਜਿਹੜਾ ਚੱਲ ਦਲ ਦਾ ਪੇੜ ਸੀ ਪਿੱਪਲ ਦਾ, ਜਦੋਂ ਗੁਰੂ ਜੀ ਆਏ ਤੇ ਸੁੱਕਾ ਸੀ। ਗੁਰੂ ਜੀ ਸਮਾਧੀ ਲਾ ਕੇ ਬੈਠੇ ਤੇ ਉਹ ਹਰਾ ਹੋ ਗਿਆ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਹੁਣ ਇਹਨਾਂ ਨੇ ਯਤਨ ਕੀਤਾ ਹਨੇਰੀ ਨਾਲ ਕਿ ਉਹ ਪਿੱਪਲ ਦਾ ਰੁੱਖ ਜਿਹੜਾ ਹੈ ਉਹਨੂੰ ਜੜ ਤੋਂ ਪੁੱਟ ਦਿੱਤਾ ਜਾਏ। ਤੋ ਕਵੀ ਜੀ ਲਿਖਦੇ ਨੇ ਕਿ ਜਿਸ ਬ੍ਰਿਸ਼ੈ ਕੇ ਤਰ ਗੁਰ, ਉੱਡਣ ਲੱਗੇ ਉਹ ਜਬ ਸੋਏ। ਉਹ ਪੇੜ ਵੀ ਉੱਡਣ ਲੱਗਿਆ ਜਦੋਂ ਉਹਦੀਆਂ ਜੜ੍ਹਾਂ ਹਿੱਲਣੀਆਂ ਸ਼ੁਰੂ ਹੋਈਆਂ। ਹਾਂਜੀ, ਨਿਜ ਕਰ ਸੋ ਥਮਿਓ ਤਬੈ, ਕਹਿਓ ਰਹਿਓ ਥਿਰ ਹੋਏ। ਸਤਿਗੁਰੂ ਗੁਰੂ ਨਾਨਕ ਦੇ ਪਿਤਾ ਜੀ ਨੇ ਇਸ ਤਰ੍ਹਾਂ ਹੱਥ ਕਰਕੇ ਕਿਹਾ, ਆਖਿਆ ਭਾਈ ਟਿਕਿਆ ਰਹਿ। ਉੱਥੇ ਟਿਕ ਗਿਆ। ਮੈਂ ਤਾਂ ਨਹੀਂ ਉਹ ਦਰਸ਼ਨ ਕੀਤੇ, ਗਿਆ ਤੇ ਜ਼ਰੂਰ ਆ ਮੈਂ ਨਾਨਕ ਮੱਤਾ ਸਾਹਿਬ ਇੱਕ ਵਾਰੀ, ਪਰ ਅਸੀਂ ਅੱਧੀ ਕੁ ਰਾਤ ਨੂੰ ਪਹੁੰਚੇ ਉੱਥੇ। ਮੱਸਿਆ ਦਾ ਜੋੜ ਮੇਲਾ ਸੀ, ਬਹੁਤ ਭਰਦਾ ਉੱਥੇ, ਖਾਸ ਕਰਕੇ ਸਾਲਾਨਾ ਜੋੜ ਮੇਲਾ ਗਰਮੀਆਂ ਦੇ ਆਹੀ ਦਿਨ ਹੋਣੇ ਨੇ। ਫਿਰ ਉੱਥੇ ਸਿੱਖਾਂ ਦੇ ਆਪਸ ਵਿੱਚ ਧੜੇ ਵੀ ਬੜੇ ਵੱਡੇ ਵੱਡੇ ਨੇ। ਮਾਹੌਲ ਵੀ ਇਦਾਂ ਦਾ ਸੀ ਵੀ ਕਿਤੇ ਲੜੀ ਨਾ ਪੈਣ। ਤੇ ਮੈਂ ਗਿਆ ਸੀ ਜਹਦਰ ਕਾਲ ਤਖਤ ਸਾਹਿਬ ਦੇ ਨਾਲ। ਅਸੀਂ ਤੇ ਉੱਥੋਂ ਸਟੇਜ ਤੋਂ ਬੋਲੇ ਤੇ ਆਪਣਾ ਰੁਦਰਪੁਰ ਆ ਗਏ। ਰਾਤ ਉੱਥੋਂ ਨਿਕਲ ਗਏ। ਉਹ ਜਿਹੜਾ ਪਿੱਪਲ ਦਾ ਬ੍ਰਿਖ ਸੀ ਮੈਂ ਉਹਦੇ ਦਰਸ਼ਨ ਨਹੀਂ ਕਰ ਸਕਿਆ, ਪਰ ਜਿਹੜੇ ਜਾਣਦੇ ਨੇ ਸਾਰੇ ਦੱਸਦੇ ਨੇ ਕਿ ਅੱਜ ਵੀ ਉਹ ਜਿਹੜਾ ਪਿੱਪਲ ਦਾ ਦਰਖਤ ਹੈ ਉਹਦੀਆਂ ਜੜ੍ਹਾਂ ਜ਼ਮੀਨ ਤੋਂ ਉੱਚੀਆਂ ਨੇ, ਉੱਥੇ ਰੁਕਿਆ ਹੋਇਆ ਹੈ। ਗੁਰੂ ਪਿਤਾ ਜੀ ਨੇ ਕਿਰਪਾ ਕੀਤੀ, ਨਿਜ ਕਰ ਸੋ ਥਮਿਓ ਤਬੈ ਕਹਿਓ ਰਹੋ ਥਿਰ ਹੋਏ। ਸਤਿਗੁਰੂ ਕਹਿਣ ਲੱਗੇ ਟਿਕਿਆ ਰਹੋ ਭਾਈ। ਉਹ ਅੱਜ ਤੱਕ ਵੀ ਟਿਕਿਆ ਹੋਇਆ। ਹਾਂਜੀ, ਸ਼੍ਰੀ ਗੁਰ ਕੋ ਜਬ ਹੀ ਕਰ ਛੋਇਓ, ਨਹਿ ਡੋਲਿਓ ਥਿਰ ਗਾਡੋ ਪਇਓ। ਸਤਿਗੁਰੂ ਜੀ ਦੀ ਕਿਰਪਾ ਹੋਈ, ਫਿਰ ਉਹ ਨਾ ਹਿੱਲਿਆ, ਨਾ ਝੁੱਲਿਆ, ਨਾ ਉਹਦੀਆਂ ਜੜ੍ਹਾਂ ਉਖੜੀਆਂ,
ਅੱਜ ਤੱਕ ਕਹਿੰਦੇ ਨੇ ਉਹ ਉਸੇ ਤਰ੍ਹਾਂ ਹੀ ਗਾਢੋ ਮਜ਼ਬੂਤ ਉਹ ਪਿੱਪਲ ਦਾ ਬ੍ਰਿਕਸ਼ ਉਸੇ ਤਰ੍ਹਾਂ ਹੀ ਖੜਾ ਹੈ। ਹਾਂਜੀ, ਬਹੀ ਸਮੀਰ ਰੈਣ ਸਭ ਜਬ ਹੀ, ਉੱਡ ਗਈ ਸਿੱਧਣ ਧੂਨੀ ਤਬ ਹੀ। ਉਹ ਜਿਹੜੀ ਸਿੱਧਾ ਨੇ ਹਨੇਰੀ ਚਲਾਈ ਸੀ, ਹੁਣ ਉਹਦੇ ਨਾਲ ਕੀ ਹੋਇਆ? ਇੱਕ ਵਿਦਵਾਨ ਕਹਿੰਦਾ ਵੀ ਡੂਬੇਗੀ ਕਿਸ਼ਤੀ तो डूबेंगे सारे, ना हम ही बचेंगे ना साथी हमारे। ਹੁਣ ਉਹਨਾਂ ਨੇ ਧੂਣੀ ਉਡਾਈ ਸੀ ਬਾਬੇ ਦੀ, ਹਨੇਰੀ ਤੇ ਇਸ ਕਰਕੇ ਛੱਡੀ ਸੀ, ਝੱਖੜ ਤੇ ਇਸ ਕਰਕੇ ਝੁਲਾਇਆ ਸੀ, ਪਰ ਉਹ ਕੰਮ ਹੋਇਆ ਹੀ ਨਹੀਂ। ਨਾ ਪਿੱਪਲ ਦਾ ਬ੍ਰਿਕਸ਼ ਉੱਡਿਆ ਤੇ ਨਾ ਗੁਰੂ ਨਾਨਕ ਸਾਹਿਬ ਦੀ ਧੂਣੀ ਉੱਡੀ, ਪਰ ਜਿਹੜੀਆਂ ਸਿੱਧਾਂ ਦੀਆਂ ਧੂਣੀਆਂ ਸੀ ਉਹ ਉੱਡ ਗਈਆਂ, ਕਿਉਂਕਿ ਉਹ ਵੀ ਤਾਂ ਉੱਥੇ ਲਾਗੇ ਹੀ ਬੈਠੇ ਸੀ, ਉਹ ਕਿਹੜਾ ਦੂਰ ਸੀਗੇ ਉੱਥੇ। ਸਿੱਧ ਜੋਗੀ ਲੋਕਾਂ ਦੀਆਂ ਉੱਡ ਗਈ ਸਿੱਧਨ ਧੂਨੀ ਤਬ ਹੀ, ਬਹੀ ਸਮੀਰ ਰਹਿਣ ਸਭ ਜਬ ਹੀ। ਸਾਰੀ ਰਾਤ ਹਨੇਰੀ ਚੱਲਦੀ ਰਹੀ। ਹਾਂਜੀ, ਬੀਤੀ ਰਹਿਣ ਭੋਰ ਭੀ ਆਏ, ਸ਼੍ਰੀ ਗੁਰ ਪਾਵਕ ਦਈ ਦੁਰਾਏ। ਜਦੋਂ ਸਵੇਰ ਹੋਈ ਤੇ ਸਤਿਗੁਰੂ ਜੀ ਨੇ ਆਖਿਆ ਆਪਣੇ ਸੇਵਕਾਂ ਨੂੰ, ਕਹਿਣ ਲੱਗੇ ਭਾਈ ਅੱਗ ਨੱਪ ਦਿਓ। ਸ਼ਾਇਦ ਇਹ ਬੱਚਿਆਂ ਵਾਸਤੇ ਤੇ ਗੱਲ ਨਵੀਂ ਹੋਏਗੀ, ਪਰ ਬਜ਼ੁਰਗਾਂ ਵਾਸਤੇ ਨਵੀਂ ਨਹੀਂ ਹੋਏਗੀ। ਅੱਗ ਨੂੰ ਸੰਭਾਲਣ ਦਾ ਤਰੀਕਾ ਇਹੀ ਹੁੰਦਾ ਸੀ, ਅੱਗ ਨੱਪ ਦਿੱਤੀ ਜਾਂਦੀ ਸੀ, ਉੱਤੇ ਮਿੱਟੀ ਪਾ ਦੇਣੀ ਤੇ ਅੱਗ ਸੇਫ ਰਹਿੰਦੀ, ਉਸੇ ਤਰ੍ਹਾਂ ਹੀ ਖਤਮ ਨਹੀਂ ਹੁੰਦੀ। ਪਿੰਡਾਂ ਥਾਵਾਂ 'ਚ ਨਾ ਅੱਜ ਵੀ ਆ ਜਿਹੜੀਆਂ ਬਰਫ਼ ਦੀਆਂ ਸਿਲਾਂ ਹੁੰਦੀਆਂ ਨੇ, ਇਹ ਭਾਵੇਂ ਤੁਸੀਂ ਹਫ਼ਤਾ ਰੱਖ ਲਓ, ਤੇ ਰੱਖਣ ਦਾ ਤਰੀਕਾ ਕੀ ਹੈ ਵੀ ਤੂੜੀ ਵਾਲੇ ਕੋਠੇ 'ਚ ਰੱਖ ਦਿਓ। ਇੱਕ ਬਰਫ਼ ਖੁਰਦੀ ਕਦੋਂ? ਜਦੋਂ ਹਵਾ ਲੱਗਦੀ ਹੈ। ਅੱਗ ਵੀ ਜਿਹੜੀ ਹੈ ਨਾ, ਉਹਨੂੰ ਹਵਾ ਹੀ ਬੁਝਾਉਂਦੀ ਹੈ। ਅਗਰ ਉਹਨੂੰ ਹਵਾ ਟੱਚ ਨਹੀਂ ਕਰੇਗੀ ਤਾਂ ਜਿੰਨੇ ਟੈਂਪਰੇਚਰ ਤੇ ਅੱਗ ਹੈਗੀ ਉਹ ਉਹਨੇ ਤੇ ਰਹਿਣੀ ਹੈ। ਹੌਲੀ ਅੱਗ ਠੰਡੀ ਹੋਵੇ ਤੇ ਬੁਝੇ ਨਾ, ਉਹ ਠੰਡੀ ਹੋਣੀ ਨਹੀਂ ਅੱਗ। ਗੁਰੂ ਜੀ ਨੇ ਕੀ ਕੀਤਾ? ਅੱਗ ਦਬਾ ਦਿੱਤੀ। ਆਪਣੇ ਸੇਵਕਾਂ ਨੂੰ ਕਿਹਾ ਵੀ ਇਹਦੇ ਉੱਤੇ ਮਿੱਟੀ ਪਾ ਦਿਓ ਭਾਈ। ਹੁਣ ਸਿੱਧ ਜੋਗੀ ਲੋਕਾਂ ਦੀ ਜਿਹੜੀ ਧੂਣੀ ਹੈ, ਉਹਦੇ ਦੋ ਫੰਕਸ਼ਨ ਨੇ, ਉਹਦੇ ਦੋ ਮਕਸਦ ਨੇ। ਇੱਕ ਤੇ ਕਿ ਚਲੋ ਸਰਦੀ ਦੂਰ ਕਰਨ ਵਾਸਤੇ ਹੈ, ਇੱਕ ਇਹ ਵੀ ਉਹਨਾਂ ਦੀ ਮਰਿਆਦਾ ਵਿੱਚ ਵੀ ਹੈ। ਜਿਹੜੇ ਧਰਮ ਕਰਮ ਕਰਦੇ ਨੇ ਉਹਦੇ ਵਿੱਚ ਵੀ ਧੂਣੀ ਉਹਨਾਂ ਦੀ ਇੱਕ ਮਰਿਆਦਾ ਵਿੱਚ ਵੀ ਹੈ। ਹਾਂਜੀ, ਧੂਨੀ ਦੇਖਣ ਉਠੇ ਸਿੱਧ ਜਬ, ਭਾਵਕ ਕਹੂੰ ਨਾ ਪਾਵਤ ਹੈ ਤਬ। ਜਦੋਂ ਸਿੱਧ ਉੱਠੇ ਕਿ ਵੇਖੀਏ ਭਲਾ ਧੂਣੀ ਧੁਖਦੀ ਹੈ, ਧੂਣੀ ਬਲ ਰਹੀ ਹੈ, ਤਾਂ ਕੀ ਵੇਖਿਆ ਕਿ ਉੱਥੇ ਧੂਣੀ ਹੈ ਹੀ ਨਹੀਂ, ਉੱਥੇ ਅੱਗ ਹੀ ਨਹੀਂ ਸੀ। ਅੱਗ ਰਾਤ ਦੀ ਹਨੇਰੀ ਵਿੱਚ ਉੱਡ ਚੁੱਕੀ ਹੈ। ਹਾਂਜੀ, ਇੱਕ ਸ਼੍ਰੀ ਨਾਨਕ ਧੂਨੀ ਮਾਹੀ, ਔਰ ਹੁਤਾਸਨ ਕਿਤ ਹੂੰ ਨਾਹੀ। ਤਾਂ ਉਹਨਾਂ ਨੇ ਕੀ ਵੇਖਿਆ ਕਿ ਧੂਣੀ ਇੱਕ ਹੈ, ਪਰ ਉਹ ਗੁਰੂ ਨਾਨਕ ਸਾਹਿਬ ਦੇ ਕੋਲੇ ਹੈ। ਇੱਕ ਸ਼੍ਰੀ ਨਾਨਕ ਧੂਨੀ ਮਾਹੀ ਔਰ ਹੁਤਾਸਨ ਕਿਤਹੂ ਨਾਹੀ। ਹੋਰ ਕਿਤੇ ਅਗਨੀ ਉਹਨਾਂ ਨੂੰ ਲੱਭੀ ਨਹੀਂ, ਹੈ ਹੀ ਨਹੀਂ ਸੀ ਕਿਸੇ ਕੋਲੇ। ਜਿਹੜੀ ਉਹਨਾਂ ਦੇ ਕੋਲੇ ਆਪਣੇ ਕੋਲ ਸੀ, ਇਸ ਤੋਂ ਪਹਿਲਾਂ ਕਿ ਅੱਗ ਨੂੰ ਦਬਾ ਲੈਂਦੇ, ਅੱਗ ਜਿਹੜੀ ਸੀ ਉਹ ਹਨੇਰੀ ਉਡਾ ਕੇ ਲੈ ਗਈ ਰਾਤ ਨੂੰ। ਹਾਂਜੀ, ਤਬ ਆਪਣੀ ਸਭ ਸ਼ਕਤ ਲਗਾਈ, ਕੈਸ ਨਾ ਅਗਨ ਭਈ ਪ੍ਰਗਟਾਈ। ਫਿਰ ਉਹਨਾਂ ਨੇ ਆਪਣੀ ਸ਼ਕਤੀ ਵਰਤੀ, ਆਪਣੀਆਂ ਕਰਾਮਾਤਾਂ ਵਰਤੀਆਂ ਕਿ ਅਸੀਂ ਇਸ ਅੱਗ ਨੂੰ ਬਾਲ ਸਕੀਏ, ਇਸ ਅੱਗ ਨੂੰ ਫਿਰ ਪੈਦਾ ਕਰ ਸਕੀਏ, ਇਸ ਅੱਗ ਨੂੰ ਜਗਾ ਸਕੀਏ। ਹਾਂਜੀ, ਗੋਰਖ ਭਰਥਰ ਸੋ ਕਹੀ, ਸ਼੍ਰੀ ਨਾਨਕ ਟਿਗ ਜਾਏ। ਗੋਰਖ ਭਰਥਰ ਸੋ ਕਹੀ, ਕਹਿੰਦੇ ਭਰਥਰ ਜੋਗੀ ਨੂੰ ਕਿਹਾ ਕਿ ਭਰਥਰ ਜੋਗੀ ਤੂੰ ਨਾਨਕ ਜੀ ਕੋਲ ਜਾ। ਸ਼ਾਇਦ ਉਹ ਤੇ ਜੀ ਨਹੀਂ ਕਹਿੰਦੇ ਹੋਣਗੇ,
ਉਹਨਾਂ ਨੇ ਕਿਹਾ ਵੀ ਤੂੰ ਨਾਨਕ ਦੇ ਕੋਲ ਜਾ, ਵੀ ਅੱਗ ਧੂਣੀ ਉਹਦੇ ਕੋਲੇ, ਅੱਗ ਉਹਦੇ ਕੋਲ ਹੀ ਹੈ, ਜਾ ਅੱਗ ਮੰਗ ਲਿਆਓ। ਵੇਖੋ ਕੈਸੇ ਲੋਕ ਨੇ ਇਹ ਸਿੱਧ ਜੋਗੀ ਲੋਕ ਨਾ, ਬਿਲਕੁਲ ਮੈਨੂੰ ਇਦਾਂ ਲੱਗਦਾ ਵੀ ਸਾਡੇ ਵਰਗੇ ਹੀ ਨੇ। 50 ਵਾਰੀ ਬੇਇੱਜ਼ਤੀ ਕਰੋ, ਇੱਕ ਵਾਰੀ ਵੀ ਸ਼ਰਮਿੰਦੇ ਨਹੀਂ ਹੁੰਦੇ, ਤੇ ਫਿਰ ਮੁੜ ਕੇ ਫਿਰ ਉੱਥੇ ਦੇ ਉੱਥੇ। ਵੀ ਤੁਸੀਂ ਬਾਬੇ ਨਾਨਕ ਨੂੰ ਮੰਨਦੇ ਨਹੀਂ, ਬਾਬੇ ਨਾਨਕ ਨਾਲ ਬਰਾਬਰੀ ਕਰਦੇ ਹੋ, ਤੇ ਜੇ ਸ਼ਰੀਕਾ ਹੈ, ਸ਼ਰੀਕੇਦਾਰੀ ਹੈ, ਤੇ ਫਿਰ ਭਾਈ ਤੁਸੀਂ ਇਦਾਂ ਕਿਉਂ ਕਰਦੇ ਹੋ? ਫਿਰ ਤੁਹਾਨੂੰ ਘੜੀ ਘੜੀ ਉੱਥੇ ਜਾਣਾ ਨਹੀਂ ਚਾਹੀਦਾ ਉਹਨਾਂ ਦੇ ਕੋਲੇ ਚੀਜ਼ਾਂ ਮੰਗਣ ਵਾਸਤੇ। ਹੁਣ ਫਿਰ ਭਰਥਰ ਜੋਗੀ ਨੂੰ ਕਿਹਾ ਵੀ ਜਾ ਅੱਗ ਮੰਗ ਕੇ ਲੈ ਕੇ ਆ। ਹਾਂਜੀ, ਭਾਵਕ ਜਾਚਣ ਕੀਜੀਐ ਔਰ ਨਹੀਂ ਕਿਤ ਥਾਏ। ਪਾਵਕ ਜਾਚਨ ਕੀਜੀਐ ਅਵਰ ਨਹੀਂ ਕਿਤ ਥਾਏ। ਜਾਓ ਭਰਥਰ ਅੱਗ ਮੰਗ ਕੇ ਲੈ ਕੇ ਆਓ, ਕਿਤੇ ਵੀ ਅੱਗ ਮੌਜੂਦ ਨਹੀਂ ਹੈ। ਹਾਂਜੀ, ਆਇਸਲੇ ਭਰਥਰ ਤਬ ਆਇਓ ਸੁਣ ਤੇ ਤੇ ਪ੍ਰਭ ਪ੍ਰਭੂ ਅਲਾਇਓ। ਆਗਿਆ ਲੈ ਕੇ ਭਰਥਰ ਜੋਗੀ ਆਪਣੇ ਸਾਥੀਆਂ ਦੀ ਗੁਰੂ ਸਾਹਿਬ ਜੀ ਦੇ ਕੋਲ ਆਇਆ। ਗੁਰੂ ਸਾਹਿਬ ਜੀ ਨੂੰ ਆ ਕੇ ਕਹਿਣ ਲੱਗਾ ਜੀ ਅੱਗ ਦੇ ਦਿਓ, ਅਸੀਂ ਧੂਣੀ ਬਾਲਣੀ ਹੈ, ਤੇ ਸਾਨੂੰ ਇਹਨੂੰ ਹੁਤਾਸਨ ਵੀ ਕਹਿੰਦੇ ਨੇ, ਸਾਨੂੰ ਹੁਤਾਸਨ ਦੇ ਦਿਓ। ਹਾਂਜੀ, ਗੋਰਖ ਕੀ ਇੱਕ ਮੁੰਦਰਾ ਲਿਆਵੋ ਬਹੁਰੋ ਤੇ ਕੀ ਚਰਨ ਖੜਾਓ। ਸਤਿਗੁਰੂ ਕਹਿਣ ਲੱਗੇ ਵੀ ਅਗਨੀ ਤਾਂ ਦੇ ਦਿਆਂਗੇ, ਪਰ ਭਰਥਰ ਤੈਨੂੰ ਦੋ ਕੰਮ ਕਰਨੇ ਪੈਣਗੇ। ਅੱਗ ਦੇ ਬਦਲੇ ਵਿੱਚ ਇੱਕ ਆਪਣੇ ਗੁਰੂ ਦੀ ਮੁੰਦਰਾ ਤੇ ਇੱਕ ਉਹਦੀਆਂ ਖੜਾਵਾਂ, ਇਹ ਸਾਨੂੰ ਲਿਆ ਕੇ ਦੇਣੀਆਂ ਪੈਣਗੀਆਂ, ਤਾਂ ਅਗਨੀ ਦਿਆਂਗੇ, ਉਹਦਾ ਨਹੀਂ ਦੇਣੀ। ਹਾਂਜੀ, ਪ੍ਰਥਮਹਿ ਦੇਹ ਆਨ ਜੇ ਹਮਕੋ ਪੀਛੇ ਪਾਵਕ ਦੇਵੋ ਤੁਮਕੋ। ਪ੍ਰਥਮੈ ਦੇਹ ਆਣ ਜੇ ਹਮਕੋ ਪੀਛੇ ਪਾਵਕ ਦੇਵੇਂ ਤੁਮਕੋ। ਪਹਿਲਾਂ ਗੁਰੂ ਗੋਰਖ ਦੀ ਮੁੰਦਰਾ ਲੈ ਕੇ ਆ, ਖੜਾਮ ਲੈ ਕੇ ਆ। ਜਿੰਨਾ ਚਿਰ ਤੂੰ ਲੈ ਕੇ ਨਹੀਂ ਆਉਂਦਾ ਅਗਨੀ ਨਹੀਂ ਦੇਾਂਗੇ, ਤੂੰ ਲੈ ਆਵੇਂਗਾ ਅਸੀਂ ਅਗਨੀ ਤੈਨੂੰ ਦੇ ਦੇਾਂਗੇ। ਪੁਨ ਭਰਥਰ ਗੋਰਖ ਟਿਗ ਆਵਾ ਗੁਰ ਕੋ ਕਹਿਨੋ ਸਰਬ ਸੁਣਾਵਾ। ਇਹ ਜਿਹੜਾ ਭਰਥਰੀ ਸੀ ਇਹ ਫਿਰ ਆਪਣੇ ਗੁਰੂ ਗੋਰਖ ਦੇ ਕੋਲ ਜਾਂਦਾ ਹੈ। ਉਹਨੇ ਕਿਹਾ ਜੀ ਵੀ ਨਾਨਕ ਜੀ ਨੇ ਸ਼ਰਤ ਰੱਖੀ ਹੈ ਵੀ ਜੇ ਅੱਗ ਚਾਹੀਦੀ ਹੈ ਤੇ ਮੁੰਦਰਾ ਵੀ ਦਿਓ ਤੇ ਖੜਾਮ ਵੀ ਦਿਓ। ਹਾਂਜੀ, ਗੋਰਖ ਗੁਣੀ ਦੇਹੋ ਤੇ ਤਾਈ ਲਾਏ ਸ਼ਕਤ ਪੁਨ ਲਿਹੋ ਮੰਗਾਈ। ਗੁਰੂ ਗੋਰਖ ਨੇ ਗੁਣਿਆ, ਮਨ ਵਿੱਚ ਸੋਚਿਆ ਵੀ ਦੇ ਦਿੰਨੇ ਆ, ਖੜਾਮ ਵੀ ਦੇ ਦਿੰਨੇ ਆ, ਮੁੰਦਰਾ ਵੀ ਦੇ ਦਿੰਨੇ ਆ, ਅੱਗ ਮੰਗਾ ਲੈਨੇ ਆ, ਤੇ ਮੁੜ ਕੇ ਆਪਣੀ ਸ਼ਕਤੀ ਛੱਡਾਂਗੇ ਤੇ ਮੁੰਦਰਾਂ ਵੀ ਆ ਜਾਣਗੀਆਂ ਤੇ ਖੜਾਵਾਂ ਵੀ ਆ ਜਾਣਗੀਆਂ। ਉਹ ਤੇ ਤਾਕਤ ਆਪਣੇ ਕੋਲ ਹੈਗੀ ਹੈ, ਆਪਣੀ ਚੀਜ਼ ਹੀ ਹੈ ਨਾ, ਆਪਣਾ ਸਮਾਨ ਵਾਪਸ ਲੈਣਾ ਹੈ, ਆਪਣੀ ਸ਼ਕਤੀ ਨਾਲ ਲੈ ਲਵਾਂਗੇ ਅਸੀਂ। ਦਾ ਬਹੁਰ ਖਰਾਬ ਜਦੋ ਦੀਨੀ ਭਰਥਰ ਕੇ ਕਰ ਸੋਊ। ਗੁਰੂ ਗੋਰਖ ਨੇ ਆਪਣੀ ਮੁੰਦਰਾ ਵੀ ਦੇ ਦਿੱਤੀ, ਖੜਾਮ ਵੀ ਦੇ ਦਿੱਤੀ। ਭਰਥਰ ਜਿਹੜਾ ਸੀ ਉਹ ਲੈ ਕੇ ਆ ਗਿਆ। ਹਾਂਜੀ, ਗੁਰੂ ਅਗਾਰੀ ਧਰ ਦੀ ਜਬ ਹੀ ਭਾਵਕ ਲਈ ਹਾਥ ਪੁਨ ਤਬ ਹੀ। ਲਿਆ ਕੇ ਇਹ ਦੋ ਚੀਜ਼ਾਂ ਗੁਰੂ ਜੀ ਦੀ ਭੇਟਾ ਰੱਖੀਆਂ। ਸਤਿਗੁਰੂ ਨੇ ਆਪਣੇ ਸੇਵਕਾਂ ਨੂੰ ਕਿਹਾ ਵੀ ਭਾਈ ਇਹਨਾਂ ਨੂੰ ਅਗਨੀ ਦੇ ਦਿਓ। ਇਸ ਦੇ ਨਾਲ ਹੀ ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ। ਮੈਂ ਫਿਰ ਬੇਨਤੀ ਕਰਾਂ, ਜਿਹੜੇ ਬੱਚੇ ਪਿੱਛੇ ਜੂੜੇ ਕਰਦੇ ਨੇ, ਗੁੱਤਾਂ ਕਰਦੇ ਨੇ, ਭਾਈ ਥੋੜਾ ਬਹੁਤਾ ਸਿੱਖੀ ਦਾ ਸਨਮਾਨ ਕਰੋ। ਇਹ ਸਾਨੂੰ ਨਹੀਂ ਚਾਹੀਦਾ। ਤੇ ਜੇ ਇੰਨਾ ਹੀ ਸ਼ੌਕ ਹੈ ਪਿੱਛੇ ਜੂੜੇ ਕਰਨ ਦਾ, ਗੁੱਤਾਂ ਕਰਨ ਦਾ, ਤੇ ਅਰਦਾਸ ਕਰੋ ਮਹਾਰਾਜ ਕੋਲ ਇੱਕ ਬੀਬੀਆਂ ਦੀ ਜੂਨੀ ਦਵੇ। ਫਿਰ ਭਾਵੇਂ ਵਾਲ ਖਿਲਾਰ ਕੇ ਤੁਰੇ ਫਿਰੋ, ਕਿਸੇ ਨਹੀਂ ਡੋਕਣਾ ਤੁਹਾਨੂੰ। ਪਰ ਜੇ ਸਿੰਘਾਂ ਦੀ ਜੂਨੀ ਵਿੱਚ ਰਹਿਣਾ ਹੈ ਤੇ ਸਿੱਖੀ ਦਾ ਮਾਣ ਕਰੋ। ਸੋਹਣੇ ਦਮਾਲੇ, ਸੋਹਣੀਆਂ ਦਸਤਾਰਾਂ,
ਅੱਜ ਵੇਖੋ ਤੁਸੀਂ ਕਿੰਨੀਆਂ ਰੰਗ ਬਰੰਗੇ ਕੱਪੜੇ ਮਿਲਦੇ ਨੇ। ਇੱਥੇ ਬੱਚੇ ਦਸਤਾਰਾਂ ਸਜਾ ਕੇ ਆਉਂਦੇ ਨੇ, ਇੱਕ ਤੋਂ ਇੱਕ ਸੋਹਣਾ ਲੱਗਦਾ ਹੈ ਬੱਚਾ। ਤੇ ਮੈਂ ਇਹਨਾਂ ਸਿੰਘਾਂ ਦੇ ਨਾਲ ਤੁਰਨ ਵਾਲੀਆਂ ਬੀਬੀਆਂ ਨੂੰ ਵੀ ਕਹਿਣਾ ਚਾਹੁੰਦਾ ਵੀ ਘੱਟੋ ਘੱਟ ਤੁਸੀਂ ਇਹਨਾਂ ਨੂੰ ਕਹਿ ਦਿਓ ਵੀ ਮੈਂ ਤੇਰੇ ਨਾਲ ਨਹੀਂ ਤੁਰਨਾ ਬਈ, ਵੀ ਮੈਂ ਤੇ ਸਿੰਘ ਨਾਲ ਵਿਆਹ ਕਰਾਇਆ ਸੀ ਤੇ ਤੂੰ ਅੱਗੋਂ ਫੇਰ ਜੂੜਾ ਕਰ ਲਿਆ, ਤੂੰ ਫੇਰ ਬੀਬੀ ਬਣ ਬਹਿਣਾ, ਗੁੱਤ ਕਰਕੇ ਬਹਿਣਾ ਤੂੰ ਬਈ। ਨਹੀਂ, ਆਪਾਂ ਗੁਰੂ ਪਿਤਾ ਜੀ ਨੇ ਸਾਨੂੰ ਖਾਲਸੇ ਸਜਾਇਆ ਸੀ, ਸਿੰਘ ਬਣਾਇਆ ਸੀ, ਦਸਤਾਰਾਂ ਬਖਸ਼ੀਆਂ ਸੀ। ਬਹੁਤ ਦੁਨੀਆ ਦੇ ਵਿੱਚ ਅੱਜ ਸਿੱਖੀ ਦਾ ਮਾਣ ਹੈ। ਦੇਖੋ ਕੋਈ ਵੇਲਾ ਹੋਏਗਾ ਵਿੱਚ ਕਦੇ ਆਉਂਦਾ ਹੈ ਕਿ ਲੋਕ ਸਿੱਖਾਂ ਨੂੰ ਈਰਖਾ ਨਾਲ ਵੇਖਦੇ ਨੇ, ਪਰ ਆ 2 ਸਾਲ ਹੋ ਗਏ ਨੇ, ਹੁਣ ਤਾਂ ਲੋਕ ਲੱਭਦੇ ਫਿਰਦੇ ਨੇ ਵੀ ਕੋਈ ਪੱਗ ਵਾਲਾ ਆਵੇ, ਕੋਈ ਲੰਗਰ ਲੈ ਕੇ ਆਏਗਾ, ਕੋਈ ਆਕਸੀਜਨ ਦਾ ਸਿਲੰਡਰ ਲੈ ਕੇ ਆਏਗਾ, ਕੋਈ ਸਾਡੀ ਮਦਦ ਕਰੇਗਾ। ਤੇ ਇੰਨੇ ਮਾਣ ਤਾਣ ਦੇ ਸਮੇਂ ਵਿੱਚ ਸਾਨੂੰ ਆਪ ਨੂੰ ਸਿੱਖੀ ਤੇ ਮਾਣ ਹੋਣਾ ਚਾਹੀਦਾ ਹੈ। ਸੋ ਮੇਰੀ ਬੱਚਿਆਂ ਨੂੰ ਬੇਨਤੀ ਹੈ ਕਿ ਸੋਹਣੇ ਦਸਤਾਰੇ ਸਜਾਓ, ਦੁਮਾਲੇ ਸਜਾ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।